ਕਿਹਾ ਨਵੇਂ ਨਿਰਦੇਸ਼ਾਂ ਤਹਿਤ ਮੁਮਕਿਨ ਨਹੀਂ ਪ੍ਰਚਾਰ। ਆਮ ਆਦਮੀ ਪਾਰਟੀ ਦੇ ਵਿਵਾਦਿਤ ਪੈਂਫਲੇਟ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ। ਆਮ ਆਦਮੀ ਪਾਰਟੀ ਤੋਂ ਮੰਗਿਆ ਸਪਸ਼ਟੀਕਰਨ। ਪੈਂਫਲੇਟ 'ਚ ਵੋਟਰਾਂ ਨੂੰ ਕੀਤੀ ਗਈ ਸੀ ਅਪੀਲ, ਸਾਰੀਆਂ ਪਾਰਟੀਆਂ ਤੋਂ ਪੈਸੇ ਲਵੋ ਪਰ ਵੋਟ ਸਿਰਫ ਝਾੜੂ ਨੂੰ ਪਾਓ। ਆਮ ਆਦਮੀ ਪਾਰਟੀ ਤੇ ਕਿਸਾਨਾਂ ਵਿਚਾਲੇ ਸੀਟ ਸ਼ੇਅਰਿੰਗ ਨੂੰ ਲੈ ਕੇ ਨਹੀਂ ਬਣੀ ਗੱਲ। ਸੂਤਰਾਂ ਦੇ ਹਵਾਲੇ ਤੋਂ ਖਬਰ 60 ਸੀਟਾਂ ਦੀ ਮੰਗ ਕਰ ਰਿਹਾ ਸੀ ਸੰਯੁਕਤ ਸਮਾਜ ਮੋਰਚਾ, ਪਰ ਆਮ ਆਦਮੀ ਪਾਰਟੀ 10 ਸੀਟਾਂ ਦੇਣ ਨੂੰ ਤਿਆਰ। ਅੱਜ ਕਾਂਗਰਸ 'ਚ ਸ਼ਾਮਲ ਹੋ ਸਕਦੀ ਹੈ ਸੋਨੂ ਸੂਦ ਦੀ ਭੈਣ ਮਾਲਵਿਕਾ। ਮੋਗਾ 'ਚ ਸੀਐਮ ਚੰਨੀ ਦੀ ਮੌਜੂਦਗੀ 'ਚ ਫੜ ਸਕਦੇ ਨੇ ਹੱਥ, ਪਰ ਜੁਆਇਨਿੰਗ ਤੋਂ ਪਹਿਲਾਂ ਹੀ ਕਾਂਗਰਸ 'ਚ ਬਗਾਵਤ। ਹਰਜੋਤ ਕਮਲ ਨੇ ਕਿਹਾ ਅੱਖਾਂ ਕੱਢੇ ਬਿਨਾਂ ਨਹੀਂ ਮਿਲਣੀ ਟਿਕਟ, ਸਰੈਂਡਰ ਕਰਕੇ ਨਹੀਂ ਬੈਠਾਂਗੇ। ਵੀਰ ਬਾਲ ਦਿਵਸ ਤੇ ਪੰਥਕ ਆਗੂਆਂ ਨੇ ਜਤਾਇਆ ਇਤਰਾਜ਼। ਜਥੇਦਾਰ ਬੋਲੇ ਨਾਮ ਤੈਅ ਕਰਨ ਤੋਂ ਪਹਿਲਾਂ ਸਿੱਖ ਸੰਸਥਾਵਾਂ ਦੀ ਲੈਣੀ ਚਾਹੀਦੀ ਸੀ ਰਾਏ। ਤਾਂ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਪੀਐਮ ਦਾ ਐਲਾਨ ਸਤਿਕਾਰ 'ਚੋਂ ਉਪਜਿਆ ਤਾਂ ਹੋ ਸਕਦਾ ਹੈ, ਪਰ ਸਿੱਖ ਰਵਾਇਤਾਂ ਦੇ ਅਨੁਸਾਰ ਨਹੀਂ। ਪੰਜਾਬ 'ਚ ਚੋਣਾਂ ਦੇ ਐਲਾਨ ਤੋਂ ਬਾਅਦ ਸ਼ੁਰੂ ਹੋਏ ਡੇਰਿਆਂ ਦੇ ਸਿਆਸੀ ਗੇੜੇ। ਸਲਾਬਤਪੁਰਾ 'ਚ ਡੇਰੇ ਦੇ ਪ੍ਰੋਗਰਾਮ 'ਚ ਪਹੁੰਚੇ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ। ਦੇਸ਼ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ। 24 ਘੰਟਿਆਂ 'ਚ 1,80,000 ਕੇਸ। ਪੰਜਾਬ 'ਚ ਵੀ ਹਾਲਾਤ ਖਰਾਬ, 4,000 ਦੇ ਕਰੀਬ ਨਵੇਂ ਮਰੀਜ਼, 9 ਦੀ ਮੌਤ। ਬਠਿੰਡਾ ਦੇ ਗੁਰਦੁਆਰਾ ਸਾਹਿਬ 'ਚ ਜ਼ਬਰਦਸਤ ਹੰਗਾਮਾ। ਅਪਸ਼ਬਦ ਕਹਿਣ ਦੇ ਇਲਜ਼ਾਮ 'ਚ ਨੌਜਵਾਨ ਨੂੰ ਰੱਸੀਆਂ ਨਾਲ ਬੰਨਿਆ। ਗੁਰਦੁਆਰਾ ਪ੍ਰਬੰਧਕਾਂ ਨੇ ਪੁਲਿਸ ਹਵਾਲੇ ਕੀਤਾ ਨੌਜਵਾਨ। ਤੀਜੀ ਲਹਿਰ ਦੇ ਕਹਿਰ ਵਿਚਾਲੇ ਦੇਸ਼ 'ਚ ਅੱਜ ਵੈਕਸੀਨੇਸ਼ਨ ਮੁਹਿੰਮ ਦੇ ਲਈ ਵੱਡਾ ਦਿਨ। ਅੱਜ ਤੋਂ ਸਿਹਤ ਕਰਮੀਆਂ ਤੇ ਬਜ਼ੁਰਗਾਂ ਨੂੰ ਲੱਗੇਗੀ ਬੂਸਟਰ ਡੋਜ਼। ਪੰਜਾਬ 'ਚ ਚੋਣ ਡਿਊਟੀ 'ਚ ਲੱਗੇ ਕਰਮਚਾਰੀਆਂ ਨੂੰ ਵੀ ਲੱਗੇਗਾ ਟੀਕਾ। ਬਰਫ਼ ਦੀ ਸਫੈਦ ਚਾਦਰ ਨਾਲ ਲਿਪਟਿਆ ਹਿਮਾਚਲ। ਉੱਪਰਲੇ ਇਲਾਕਿਆਂ 'ਚ ਆਵਾਜਾਈ ਤੇ ਅਸਰ। ਕਈ ਜ਼ਿਲ੍ਹਿਆਂ 'ਚ ਬਿਜਲੀ ਸਪਲਾਈ ਠੱਪ। ਪੀਣ ਵਾਲੇ ਪਾਣੀ ਦਾ ਸੰਕਟ। सत श्री अकाल, मैं अर्शदीप संधू, न्यूज़ 18 पंजाब हरियाणा हिमाचल देख रहे दर्शकों का स्वागत है। तो शुरुआत करांगे पंजाब चोणां तो। इस वार चोण कमिशन ने कई किस्म दीयां पाबंदियां चोणां नूं लैके लगा दित्तियां ने। चोण ज़ाब्ता जिवें ही लागू होया है उस दे नाल ही ये पाबंदियां लागू हो गईयां ने। कोरोना वायरस के केसेस लगातार वध रहे ने, जिस नूं लैके रैलियां ते रोड शो ते चोण कमिशन दे वल्लों रोक लगाई गई है। तां अजिहे दे विच रैलियां नूं लैके अकाली दल ने चोण कमिशन दे फैसले ते इतराज जताया है। रैलियां ते पाबंदी नूं लैके सियासी घमसान छिड़दा नजर आ रहा। अकाली दल ने कहा है कि नवे निर्देशां दे तहत प्रचार मुहिम मुश्किल हो जाएगी। नवे निर्देशां दे तहत प्रचार करना मुश्किल होएगा। हर जगह वर्चुअल प्रचार संभव नहीं है। अकाली दल दे आगू पहलां भी जद असीं उन्हां दे नाल गलबात कीती सी, उन्हां दा रिएक्शन लिया सी इन्हां चीज़ां नूं लैके, इन्हां बंदिशां नूं लैके, तां उन्हां ने कहा सी कि इस तरीके दे नाल कैंडीडेट दे लई प्रचार करना मुश्किल हो जाएगा, क्योंकि बहुत सारे वोटर ने जिहड़े बजुर्ग ने, जिहड़े टैक्नोलॉजी दा उस तरीके दे नाल इस्तेमाल नहीं कर सकते। बहुत सारे लोग गरीब वोटर ने जिन्हां दे कोल ओहो जिहियां डिजिटल सुविधावां नहीं होणगीਆਂ, इस करके उन्हां तक पहुंच करनी कैंडीडेट दे लई किते ना किते मुश्किल होएगी। तां हुण अकाली दल ने इतराज जताया है चोण कमिशन दे इस फैसले नूं लैके। कहा है कि नवे निर्देशां दे तहत प्रचार मुहिम मुश्किल होएगी। ਤਾਂ ਨਵੇਂ ਨਿਰਦੇਸ਼ ਨੇ ਚੋਣ ਕਮਿਸ਼ਨ ਦੇ ਇਸ ਵਾਰ ਕਾਫੀ ਵੱਡੀ ਚੁਣੌਤੀ ਹੈ ਸਿਆਸੀ ਪਾਰਟੀਆਂ ਦੇ ਲਈ, ਕਿਉਂਕਿ ਚੋਣ ਪ੍ਰਚਾਰ ਡਿਜੀਟਲ ਹੋਏਗਾ, ਵਰਚੁਅਲ ਹੋਏਗਾ। ਜ਼ਿਆਦਾ ਲੋਕ ਜਿਹੜੇ ਨੇ ਉਹ ਇਕੱਠੇ ਨਹੀਂ ਕੀਤੇ ਜਾ ਸਕਦੇ। ਰੈਲੀਆਂ, ਰੋਡ ਸ਼ੋਅ ਤੇ ਫਿਲਹਾਲ 15 ਜਨਵਰੀ ਤੱਕ ਪਾਬੰਦੀ ਹੈ। ਉਸ ਤੋਂ ਬਾਅਦ ਚੋਣ ਕਮਿਸ਼ਨ ਸਮੀਖਿਆ ਕਰੇਗਾ। ਲੇਕਿਨ ਇਸ ਸਭ ਦੇ ਵਿਚਾਲੇ ਇਹ ਵੀ ਹੈ कि उम्मीद यही लग रही है, जिस तरीके दे नाल कोरोना वायरस के केसेस वध रहे हैं, उम्मीद यही लग रही है कि शायद 15 जनवरी तो बाद भी यही पाबंदियां बरकरार रहणगियां। लेकिन एक चुनौती जरूर है सियासी पार्टियां दे लई। डॉक्टर दलजीत चीमा जुड़े ने अकाली दल तो। चीमा जी, स्वागत है न्यूज़ 18 पंजाब ते। आपां पहलां भी इस नूं लैके गलबात कीती सी, जो रैलियां, रोड शो ते पाबंदी है ते वर्चुअल प्रचार दे लई कहा गया है कि हुण अकाली दल चोण कमिशन दे कोल मुद्दा चुक्या गया है, की कुछ लगदा है कोई राहत मिलेगी?
ਦੇਖੋ ਗੱਲ ਇਹ ਹੈ ਕਿ ਅਸੀਂ ਤੇ ਜਿਹੜੀਆਂ ਕੋਵਿਡ ਦੀਆਂ ਹਾਲਾਤਾਂ ਦੇ ਵਿੱਚ ਹੱਥਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹਾਂ। ਸਾਰਿਆਂ ਨੂੰ ਕਰਨਾ ਵੀ ਚਾਹੀਦਾ ਕਿਉਂਕਿ ਬਿਮਾਰੀ ਦੀ ਐਕਚੁਅਲ ਪ੍ਰੋਬਲਮ ਹੈ, ਉਹਦੇ ਤੇ ਕਿਸੇ ਦੀਆਂ ਦੋ ਰਾਵਾਂ ਨਹੀਂ ਹੈ। ਪਰ ਜਿਸ ਤਰੀਕੇ ਜਿਹੜੀ ਹੈ ਇਲੈਕਸ਼ਨ ਅਨਾਉਂਸ ਹੋਈ ਹੈ ਤੇ ਪੋਲੀਟੀਕਲ ਪਾਰਟੀਆਂ ਨੇ ਆਪਣੇ ਵੋਟਰ ਤੱਕ ਪਹੁੰਚ ਕਰਨੀ ਹੈ, ਉਹਦੇ ਵਿੱਚ ਪ੍ਰੈਕਟੀਕਲੀ ਬਹੁਤ ਸਾਰੀਆਂ ਦਿੱਕਤਾਂ। ਕੱਲ ਅਸੀਂ ਜਿਹੜੇ ਸਾਡੀ ਪਾਰਟੀ ਦੇ ਲੀਡਰਾਂ ਨੇ ਜ਼ਿਲ੍ਹੇ ਲੈਵਲ ਦੇ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੇ ਮੀਟਿੰਗਾਂ ਕੀਤੀਆਂ ਸੀ, ਉੱਥੇ ਵੀ ਕੁਝ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀ ਕਿ ਆਫਟਰ ਆਲ ਜਿਹੜਾ ਕੈਂਡੀਡੇਟ ਹੈ ਉਹਨੇ ਆਪਣੇ ਜਿਹੜੇ ਵੋਟਰ ਹੈ ਉਹਦੇ ਤੱਕ ਪਹੁੰਚ ਕਰਨੀ। ਸਾਰੇ ਵੋਟਰਾਂ ਤੱਕ ਤਾਂ ਪੋਸੀਬਲ ਨਹੀਂ ਹੈ। ਪਾਰਟੀ ਦਾ ਲੀਡਰ ਆਪਣੇ ਕੇਡਰ ਦੇ ਨਾਲ ਵਰਚੁਅਲੀ ਐਡਰੈਸ ਕਰ ਸਕਦਾ, ਮੀਟਿੰਗ ਕਰ ਸਕਦਾ, ਰੈਲੀਆਂ ਕਰ ਸਕਦੇ ਆ, ਉਸ ਪੱਧਰ ਤੱਕ ਸੰਭਵ ਹੁੰਦਾ ਜੀ। ਲੇਕਿਨ ਜਦੋਂ ਤੁਸੀਂ ਜਨ ਸਧਾਰਨ ਤੱਕ ਜਾਣਾ ਹੈ, ਥੱਲੇ ਗਰੀਬ ਲੋਕਾਂ ਤੱਕ ਜਾਣਾ, ਤਾਂ ਉੱਥੇ ਤਾਂ ਫਿਜ਼ੀਕਲੀ ਤੁਹਾਨੂੰ ਜਾਂ ਤੁਹਾਡੀ ਪਾਰਟੀ ਦੇ ਲੀਡਰ ਨੂੰ ਜਾ ਕੇ ਉੱਥੇ ਪਹੁੰਚ ਕਰਨੀ ਪਏਗੀ। ਇਸ ਕਰਕੇ ਅਸੀਂ ਕਿਹਾ ਸੀ ਕਿ ਕੋਈ ਮਿਨੀਮਮ ਜਿਹੜੇ ਨਾਰਮ ਬਣਨੇ ਚਾਹੀਦੇ ਆ ਜੀ ਕਿ ਕਿੰਨੇ ਕੁ ਬੰਦਿਆਂ ਦੀ ਗੈਦਰਿੰਗ ਹੋਣੀ ਚਾਹੀਦੀ ਹੈ। ਜਿਵੇਂ ਕੋਵਿਡ ਦੀਆਂ ਇੰਸਟਰਕਸ਼ਨਾਂ ਹੁੰਦੀਆਂ ਕਿ ਵਿਆਹ ਤੇ ਇੰਨੀ ਗੈਦਰਿੰਗ ਹੋਣੀ ਚਾਹੀਦੀ ਹੈ, ਭੋਗ ਤੇ ਇੰਨੀ ਗੈਦਰਿੰਗ ਹੋਣੀ ਚਾਹੀਦੀ ਹੈ, ਸੰਸਕਾਰ ਤੇ ਇੰਨੀ ਹੋਣੀ ਚਾਹੀਦੀ ਹੈ, ਤੇ ਤੁਸੀਂ ਕੋਈ ਛੋਟੀਆਂ ਪਿੰਡਾਂ ਦੀਆਂ ਮੀਟਿੰਗਾਂ ਦੀ ਕੋਈ ਗੈਦਰਿੰਗ ਦੀ ਲਿਮਿਟ ਜਿਹੜੀ ਹੈ ਤੈਅ ਕਰ ਦਿਓ ਜੀ। ਤੁਸੀਂ ਢੰਗ ਤਰੀਕਾ ਕੀ ਹੋਵੇ, ਉੱਥੇ ਕੋਵਿਡ ਦੀਆਂ ਪ੍ਰੀਕਾਸ਼ਨ ਹੋਣ, ਦੂਜੀਆਂ ਹੋਣ, ਉਹ ਚੀਜ਼ਾਂ ਨਾਲ ਤੁਸੀਂ ਤੈਅ ਕਰੋ ਜੀ। ਕੁਛ ਨਾ ਕੁਛ ਪਤਾ ਤਾਂ ਚੱਲੇ ਕਿ ਕੈਂਡੀਡੇਟ ਕਿੱਥੇ ਜਾ ਸਕਦਾ, ਕਿੱਥੇ ਨਹੀਂ ਜਾ ਸਕਦਾ ਜੀ। ਕਿਉਂਕਿ ਹੁਣ ਪਬਲਿਕ ਦੀ ਡਿਮਾਂਡ ਹੁੰਦੀ ਹੈ ਕਿ ਤੁਸੀਂ ਸਾਡੇ ਪਿੰਡ ਆਓ, ਸਾਡੇ ਪਿੰਡ ਆਓ। 70 ਕਿਲੋਮੀਟਰ ਦੇ ਲੰਬੇ ਏਰੀਆ ਹੁੰਦੇ ਆ। ਕੈਂਡੀਡੇਟ ਨੂੰ ਇੱਕ ਦਿਨਾਂ 'ਚ ਕਈ ਪਿੰਡਾਂ ਵਿੱਚ ਜਾਏ ਤੇ ਤਾਂ ਜਾ ਕੇ ਆਪਣਾ ਜਿਹੜਾ ਸਾਰਾ ਸਰਕਲ ਕੰਪਲੀਟ ਕਰ ਸਕਦਾ। ਇਸ ਕਰਕੇ ਇਹ ਕੋਈ ਪ੍ਰੈਕਟੀਕਲ ਦਿੱਕਤਾਂ ਨੇ, ਇਹ ਨਹੀਂ ਕਿ ਕੋਈ ਚਾਹੁੰਦਾ ਨਹੀਂ ਕਿ ਕੋਆਪਰੇਟ ਕੀਤਾ ਜਾਵੇ। ਬੜੀਆਂ ਚੀਜ਼ਾਂ ਪ੍ਰੈਕਟੀਕਲ। ਚੀਮਾ ਜੀ ਜੁੜੇ ਰਹੋ। ਹਰਜੀਤ ਗਰੇਵਾਲ ਜੁੜੇ ਹੋਏ ਨੇ ਸਾਡੇ ਨਾਲ, ਬੀਜੇਪੀ ਆਗੂ। ਗਰੇਵਾਲ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸਮਝਣਾ ਚਾਹਾਂਗੇ, ਅਕਾਲੀ ਦਲ ਕਹਿ ਰਿਹਾ ਹੈ ਕਿ ਦਿੱਕਤਾਂ ਨੇ ਇਸ ਦੇ ਵਿੱਚ, ਜੋ ਵਰਚੁਅਲ ਜਾਂ ਡਿਜੀਟਲ ਪ੍ਰਚਾਰ ਹੈ ਉਸ ਦੇ ਨਾਲ ਜੋ ਜਨ ਸਾਧਾਰਨ ਹੈ ਉਸ ਤੱਕ ਪਹੁੰਚ ਕਰਨੀ ਬਹੁਤ ਮੁਸ਼ਕਿਲ ਹੈ। ਤੁਹਾਡੀ ਕੀ ਰਾਏ ਹੈ? ਦੇਖੋ, ਇਹ ਤਾਂ ਗੱਲ ਠੀਕ ਹੈ ਕਿ 40% ਦੇ ਕਰੀਬ ਲੋਕ ਐਸੇ ਆ ਜਿਹੜੇ ਨਿਊਜ਼ ਵੀ ਨਹੀਂ ਸੁਣਦੇ ਔਰ ਅਖਬਾਰ ਵੀ ਨਹੀਂ ਪੜ੍ਹਦੇ ਆਪਣੇ ਦੇਸ਼ ਦੇ ਅੰਦਰ, ਤੇ ਉਹਨਾਂ ਤੱਕ ਪਹੁੰਚ ਕਰਨੀ ਔਰ ਉਹਨਾਂ ਕੋਲ ਇਸ ਤਰ੍ਹਾਂ ਦੇ ਸਮਾਰਟਫੋਨ ਵੀ ਨਹੀਂ ਹੈ, ਤੇ ਜੋ ਸਾਰੀਆਂ ਸੁਵਿਧਾਵਾਂ ਹੋਣ ਤੇ ਉਹ ਟੱਚ ਹੋ ਜਾਣ, ਡਿਜੀਟਲੀ ਵੀ ਹੋ ਜਾਣ, ਵੈਸੇ ਵੀ ਹੋ ਜਾਣ, ਉਹ ਠੀਕ ਹੈ। ਪਰ ਇਹ ਪਹਿਲਾਂ ਮੁਸ਼ਕਲ ਆਏਗੀ। ਔਰ ਜਿਹੜੀਆਂ ਪਾਰਟੀਆਂ ਬੜੇ ਖਰਚੇ ਕਰਕੇ ਚੁਣਾਵ ਜਿੱਤ ਲੈਂਦੀਆਂ ਸੀ ਔਰ ਕੈਂਡੀਡੇਟ ਜਿੱਤ ਲੈਂਦੇ ਸੀ ਕਰੋੜਾਂ ਰੁਪਏ, ਹੁਣ ਉਸ ਤਰ੍ਹਾਂ ਨਹੀਂ ਹੋਏਗਾ। ਇਹ ਜ਼ਰੂਰ ਗੱਲ ਆ, ਉਸ ਤੇ ਰੁਕਾਵਟ ਆਏਗੀ ਔਰ ਸੁਧਾਰ ਤਾਂ ਆਖਰ ਹੋਣੇ ਚਾਹੀਦੇ ਆ। ਤੇ ਇਸ ਵਾਰ ਕੋਵਿਡ ਨੇ ਸੁਧਾਰ ਕਰਵਾ ਦਿੱਤੇ ਨੇ ਤੇ ਮੈਨੂੰ ਲੱਗਦਾ ਕਿ ਅੱਗੇ ਵਾਸਤੇ ਇਹ ਪਰਮਾਨੈਂਟ ਲਾਗੂ ਹੋ ਜਾਣਗੇ। ਵੈਸੇ ਚੀਮਾ ਸਾਹਿਬ ਜੋ ਖਦਸ਼ੇ ਜ਼ਾਹਿਰ ਕਰ ਰਹੇ ਕਿ ਉਹ ਗੱਲਾਂ ਤਾਂ ਠੀਕ ਨੇ ਉਹਨਾਂ ਦੀਆਂ, ਪਰ ਮੈਂ ਇਸ ਕਰਕੇ ਸਹਿਮਤ ਨਹੀਂ ਹੈਗਾ ਕਿ ਜਿਹੜੇ ਇਹਦੇ ਚ ਸਧਾਰਨ ਆਦਮੀ ਵੀ ਚੁਣਾਵ ਲੜ ਸਕੇਗਾ। ਹੁਣ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਘੱਟ ਖਰਚਾ ਕਰਕੇ ਚੁਣਾਵ ਲੜ ਸਕੇਗੀ। ਪਹਿਲਾਂ ਘੱਟ ਖਰਚੇ ਨਾਲ ਚੁਣਾਵ ਨਹੀਂ ਸੀ ਲੜਿਆ ਜਾ ਸਕਦਾ। ਔਰ ਹੁਣ ਲੋਕਾਂ ਤੱਕ ਕੱਲੇ ਪਹੁੰਚ ਕਰ ਲਓ, ਕੀ ਫਰਕ ਪੈਂਦੀ ਹੈ। ਹੁਣ ਲੋਕਾਂ 'ਚ ਰਹਿਣਾ ਪਊਗਾ। ਇੱਥੇ ਵੈਸੇ ਤਾਂ ਅਕਾਲੀ ਦਲ ਦੇ ਲੋਕ ਤਾਂ ਜਾਂਦੇ ਰਹਿੰਦੇ ਆ ਪਿੰਡਾਂ 'ਚ, ਮੈਨੂੰ ਪਤਾ, ਸਭ ਜਗ੍ਹਾ ਐਕਟਿਵ ਰਹਿੰਦੇ ਆ। ਇਹਨਾਂ ਨੂੰ ਨਹੀਂ ਕੋਈ, ਸਾਨੂੰ ਵੀ ਫਰਕ ਨਹੀਂ ਪੈਣਾ ਕਿਉਂਕਿ ਸਾਡੀ ਬੂਥ ਲੈਵਲ ਦੀ ਮੈਨੇਜਮੈਂਟ ਹੈਗੀ ਆ। ਔਰ ਮੈਂ ਸਮਝਦਾ ਕਿ ਬੂਥ ਹੀ ਚੁਣਾਵ ਜਿੱਤਦਾ, ਬੂਥ ਹੀ ਚੁਣਾਵ ਹਾਰਦਾ, ਬੂਥ ਹੀ ਚੁਣਾਵ ਲੜਦਾ। ਕੋਈ ਪੋਲੀਟੀਕਲ ਪਾਰਟੀ ਜਾਂ ਕੈਂਡੀਡੇਟ ਨਹੀਂ ਇਸ ਤਰ੍ਹਾਂ ਹੁੰਦਾ। ਤੇ ਬੂਥ ਲੈਵਲ ਤੇ ਜੇ ਤੁਸੀਂ ਕਰਨਾ, ਤੁਹਾਡਾ ਇਨਫਰਾਸਟ੍ਰਕਚਰ ਨੈਟਵਰਕ ਸਾਰਾ ਚਾਹੀਦਾ ਪਾਰਟੀ ਦਾ, ਤੇ ਸਾਡੇ ਕੋਲ ਅਸੀਂ ਕੈਡਰ ਬੇਸਡ ਆਰਗੇਨਾਈਜੇਸ਼ਨ ਆ, ਸਾਡੇ ਕੋਲ ਹੈਗਾ, ਸਾਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਣਾ। ਪਰ ਫਿਰ ਵੀ ਦੂਜੀਆਂ ਪਾਰਟੀਆਂ ਜਿਹੜੀਆਂ ਏਸੀ 'ਚ ਬੈਠ ਕੇ ਕੰਮ ਕਰਦੀਆਂ ਨੇ ਉਹਨਾਂ ਨੂੰ ਜ਼ਰੂਰ ਫਰਕ ਪਏਗਾ ਔਰ ਇਹ ਮੈਂ ਸਮਝਦਾ ਹੈਗਾ। ਤੇ ਪਰ ਇਹ ਅੱਛੀ ਗੱਲ ਆ ਜਿਹੜੇ ਇਹਨਾਂ ਨੇ ਇਹ ਇਸ ਵਾਰ ਪਾਬੰਦੀਆਂ ਲਾਗੂ ਕੀਤੀਆਂ ਨੇ, ਤੇ ਗੁੰਡਾਗਰਦੀ ਤੋਂ ਵੀ ਛੁਟਕਾਰਾ ਹੋਏਗਾ ਔਰ ਜਿਸ ਤਰ੍ਹਾਂ ਦਾ ਜ਼ਿਆਦਾ ਖਰਚਾ ਕਰਦੇ ਸੀ ਉਸ ਤੋਂ ਵੀ ਛੁਟਕਾਰਾ ਹੋ ਜਾਏਗਾ। ਡਾਕਟਰ ਚੀਮਾ ਕੀ ਕਹਿਣਾ ਚਾਹੋਗੇ? ਉਹ ਕਹਿ ਰਹੇ ਨੇ ਸਗੋਂ ਇਹ ਚੰਗੇ ਦੇ ਲਈ ਹੈ, ਸਗੋਂ ਅੱਗੇ ਦੇ ਲਈ, ਹਮੇਸ਼ਾ ਦੇ ਲਈ ਹੋ ਜਾਣਾ ਚਾਹੀਦਾ ਹੈ ਕਿ ਵਰਚੁਅਲ ਪ੍ਰਚਾਰ ਹੋਏ, ਇਸ ਦੇ ਨਾਲ ਖਰਚਾ ਵੀ ਘਟੇਗਾ, ਆਮ ਬੰਦਾ ਵੀ ਚੁਣਾਵ ਲੜ ਸਕਦਾ ਹੈ। ਪਹਿਲਾਂ ਤਾਂ ਇਹ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਨਾ ਕਿ ਜਿਹੜੀ ਖਰਚੇ ਦੀ ਲਿਮਿਟ ਤਾਂ ਇਲੈਕਸ਼ਨ ਕਮਿਸ਼ਨ ਨੇ ਵਧਾਈ ਹੈ ਕਿ 28 ਲੱਖ ਤੋਂ ਵਧਾ ਕੇ 40 ਲੱਖ ਕੀਤਾ ਜੀ। ਕਿ ਜਿਹੜੀ ਹੈ ਇਸ ਗੱਲ ਦੇ ਉੱਤੇ ਤਾਂ ਜਿਹੜੀ ਹੈ ਕਮਿਸ਼ਨ ਨੇ ਆਪ ਅਨਾਲਾਈਜ਼ ਕੀਤਾ ਕਿ ਖਰਚਾ ਜ਼ਿਆਦਾ ਹੁੰਦਾ ਤੇ ਜਿਹੜੀ 28 ਲੱਖ ਦੀ ਲਿਮਿਟ ਹੈ ਉਹ ਠੀਕ ਨਹੀਂ ਹੈ, 28 ਤੋਂ ਵਧਾ ਕੇ 40 ਕੀਤਾ। ਦੂਜੀ ਗੱਲ ਹੈ ਕਿ ਦੋ ਗੱਲਾਂ ਦੇ ਵਿੱਚ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਕੀ ਅਸੀਂ ਦੇਸ਼ ਦਾ ਇਲੈਕਸ਼ਨ ਦਾ ਸਿਸਟਮ ਤਬਦੀਲ ਕਰ ਰਹੇ ਹਾਂ ਜਾਂ ਕੋਵਿਡ ਦੀਆਂ ਮਜਬੂਰੀਆਂ ਕਰਕੇ ਜਿਹੜੇ ਹੈ ਕੁਝ ਪ੍ਰੀਕਾਸ਼ਨ ਚੇਂਜ ਕਰ ਰਹੇ ਹਾਂ ਜੀ। ਦੋਨਾਂ ਜੋ ਅਜੀਤ ਗਰੇਵਾਲ ਜੀ ਜਿਸ ਤਰੀਕੇ ਗੱਲ ਕਰ ਰਹੇ ਆ
ਉਸ ਤੋਂ ਇਹ ਪ੍ਰਤੀਤ ਹੁੰਦਾ ਕਿ ਜਿਵੇਂ ਅਸੀਂ ਦੇਸ਼ ਦਾ ਸਿਸਟਮ ਚੇਂਜ ਕਰ ਰਹੇ ਹਾਂ, ਪਰ ਇਹਦਾ ਕੋਵਿਡ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸਾਡੀ ਜਿਹੜੀ ਮੇਰੀ ਗੱਲ ਪ੍ਰੈਕਟੀਕਲੀ ਕਹਿੰਦੀ ਹੈ ਕਿ ਕੱਲ ਅਸੀਂ ਜਦੋਂ ਦੇਖਦੇ ਸੀਗੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਸਾਰੀ ਜਗ੍ਹਾ ਦੇ ਉੱਤੇ ਪੂਰੀਆਂ ਗੈਦਰਿੰਗ ਹੁੰਦੀਆਂ ਨੇ, ਸਮਾਜਿਕ ਪੱਧਰ ਦੇ ਉੱਤੇ ਵਿਆਹ ਸ਼ਾਦੀਆਂ ਦੇ ਵਿੱਚ ਕੱਲ ਵੀ ਮੈਂ ਦੇਖ ਰਿਹਾ ਸੀ ਕਿ ਪੂਰਾ ਲੋਕਾਂ ਦਾ ਰਸ਼ ਹੈ। ਬੱਸ ਸਟੈਂਡਾਂ ਤੇ ਲਾ ਲਓ, ਰੇਲਵੇ ਸਟੇਸ਼ਨਾਂ ਤੇ ਲਾ ਲਓ, ਬਾਕੀ ਥਾਵਾਂ ਤੇ ਲਾ ਲਓ, ਬਾਜ਼ਾਰਾਂ ਦੇ ਵਿੱਚ, ਦੂਜੀ ਥਾਵਾਂ ਤੇ, ਸਾਰੀ ਜਗ੍ਹਾ ਦੇ ਉੱਤੇ ਆਵਾਜਾਈ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਹੀ ਚੱਲ ਰਹੀ ਹੈ, ਕੋਈ ਖਾਸ ਪਾਬੰਦੀਆਂ ਨਹੀਂ ਹੈ। ਇਸ ਕਰਕੇ ਜੇ ਬਾਕੀ ਚੀਜ਼ਾਂ ਸਾਰੀਆਂ ਨਾਰਮਲ ਚੱਲ ਰਹੀਆਂ ਤੇ ਫਿਰ ਕੱਲਾ ਜੇ ਤੁਸੀਂ ਕੈਂਡੀਡੇਟਾਂ ਨੂੰ ਕਹੋਗੇ ਤਾਂ ਲੋਕੀ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ ਕਿ ਸਾਰਾ ਕੁਝ ਤਾਂ ਚੱਲ ਰਿਹਾ, ਸਾਡੇ ਭੋਗ ਹੈ ਜੀ, ਉੱਥੇ ਇੰਨੀ ਜਨਤਾ ਇਕੱਠੀ ਹੋਈ ਹੈ, ਦੂਜੀ ਹੋਈ ਹੈ, ਤੁਸੀਂ ਕਿਉਂ ਨਹੀਂ ਆਉਂਦੇ? ਕੋਈ ਇਸ ਨੂੰ ਲੈ ਕੇ ਚੀਮਾ ਜੀ ਕਲੈਰੀਫਿਕੇਸ਼ਨ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਚੋਣ ਕਮਿਸ਼ਨ ਦੇ ਕੋਲ ਜੋ ਡਿਸਟ੍ਰਿਕਟ ਲੈਵਲ ਤੇ ਤੁਸੀਂ ਇਹ ਇਤਰਾਜ਼ ਜਤਾਇਆ ਹੈ, ਕਿ ਉੱਥੇ ਕੋਈ ਕਲੈਰੀਫਿਕੇਸ਼ਨ ਦਿੱਤੀ ਗਈ ਹੈ ਕਿ ਜਿਹੜੀਆਂ ਛੋਟੀਆਂ ਮੀਟਿੰਗਾਂ ਹੋ ਸਕਦੀਆਂ ਨੇ ਉਸ 'ਚ ਕਿੰਨੇ ਲੋਕ ਹੋ ਸਕਦੇ ਨੇ? ਦੂਸਰਾ, ਜਿਹੜਾ ਚੋਣ ਕਮਿਸ਼ਨ ਨੇ ਕਿਹਾ ਹੈ ਕਿ 5 ਲੋਕ ਡੋਰ ਟੂ ਡੋਰ ਕੈਂਪੇਨ ਕਰ ਸਕਦੇ ਨੇ, ਤੁਹਾਨੂੰ ਲੱਗਦਾ ਹੈ ਕਿ ਉਸ ਦੇ ਨਾਲ ਇਹ ਜੋ ਹੈ ਉਹ ਨਾਕਾਫੀ ਹੈ? ਨਹੀਂ, ਡੋਰ ਟੂ ਡੋਰ ਤਾਂ ਅੱਗੇ ਵੀ ਹੁੰਦੀ ਹੈ। ਸਾਰੀਆਂ ਪਾਰਟੀਆਂ ਨੂੰ ਅਲਟੀਮੇਟਲੀ ਹਰ ਘਰ ਦੇ ਵਿੱਚ ਤਾਂ ਕੈਂਡੀਡੇਟ ਜਾ ਹੀ ਨਹੀਂ ਪਾਉਂਦਾ, ਕਿਉਂਕਿ ਸਾਡੇ ਜਿਹੜੇ ਹਲਕੇ ਨੇ ਅਸੈਂਬਲੀਆਂ ਦੇ 70 ਕਿਲੋਮੀਟਰ ਦੇ ਨੇ, 226 ਪਿੰਡ ਹੈ, ਇੱਕ ਮੇਰਾ ਸ਼ਹਿਰ ਹੈ, ਤੇ ਇੱਥੇ ਕੈਂਡੀਡੇਟ ਵਾਸਤੇ ਤਾਂ ਅੱਗੇ ਵੀ ਕਦੀ ਸੰਭਵ ਨਹੀਂ ਹੁੰਦਾ। ਇਹੀ ਮਜਬੂਰੀ ਹੁੰਦੀ ਹੈ ਜਿਹਦੇ ਕਰਕੇ ਕੈਂਡੀਡੇਟ ਕੁਝ ਥਾਵਾਂ ਦੇ ਉੱਤੇ ਐਡਰੈਸ ਕਰਦੇ ਆ ਤੇ ਬਾਕੀ ਪੈਸੇ ਜਦੋਂ ਪਾਰਟੀ ਦੇ ਵਰਕਰ ਜਿਹੜੇ ਆ ਉਹ ਬੂਥ ਤੱਕ ਤੇ ਘਰ ਤੱਕ ਪਹੁੰਚਾਉਂਦੇ ਆ। ਇਹੀ ਤੇ ਸਾਡਾ ਆਲਰੇਡੀ ਜਿਹੜਾ ਸਿਸਟਮ ਹੈ ਉਹ ਇਹੀ ਹੈ। ਕੋਈ ਵੀ ਕੈਂਡੀਡੇਟ ਜਿਹੜਾ ਐਮਐਲਏ ਲੈਵਲ ਦਾ ਉਹ ਤਾਂ ਡੋਰ ਟੂ ਡੋਰ ਕਰ ਹੀ ਨਹੀਂ ਸਕਦਾ। ਇੰਨੇ ਕਿਲੋਮੀਟਰ ਤੁਸੀਂ ਕਿੱਥੇ ਤੁਹਾਨੂੰ ਤਾਂ ਗੱਡੀਆਂ ਦੇ ਉੱਤੇ ਰੋਜ਼ 15 ਪਿੰਡਾਂ 'ਚ ਜਾਣਾ ਪੈਂਦਾ ਤੇ ਫਿਰ ਜਾ ਕੇ ਤੁਸੀਂ 14 ਦਿਨਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਜਿਹੜਾ ਮੁਕੰਮਲ ਕਰ ਪਾਉਂਦੇ ਹੋ। ਇੱਕ ਪਿੰਡ ਦੇ ਵਿੱਚ ਇੱਕ ਤੋਂ ਵੱਧ ਗੈਦਰਿੰਗ ਕਿਸੇ ਕੈਂਡੀਡੇਟ ਵਾਸਤੇ ਵੀ ਪ੍ਰੈਕਟੀਕਲੀ ਸੰਭਵ ਨਹੀਂ ਹੈ। ਔਰ ਦੂਸਰਾ, ਹੁਣ ਜਿਹੜੀ ਡੋਰ ਟੂ ਡੋਰ ਦੀਆਂ ਵੀ ਕੱਲ ਇੰਸਟਰਕਸ਼ਨ ਜ਼ਿਲ੍ਹਾ ਲੈਵਲ ਦੇ ਉੱਤੇ ਦਿੱਤੀਆਂ ਪਾਰਟੀਆਂ ਨੂੰ, ਉਹਦੇ ਵਿੱਚ ਇਹ ਹੈ ਕਿ 5 ਬੰਦੇ ਜਾਣਗੇ, ਉਹਦਾ ਰੂਟ ਪਹਿਲਾਂ ਤੁਸੀਂ ਡਿਸਾਈਡ ਕਰਕੇ ਦਿਓਗੇ ਤੇ ਉਹ 5 ਬੰਦੇ ਕੌਣ ਹੋਣਗੇ ਉਹ ਸਾਰਾ ਕੁਝ ਪਹਿਲਾਂ ਇਲੈਕਸ਼ਨ ਕਮਿਸ਼ਨ ਜਿਹੜੇ ਹੈਗੇ ਆ ਆਰਓ ਦੇ ਕੋਲੇ ਤੁਹਾਨੂੰ ਸਾਰੀਆਂ ਇਜਾਜ਼ਤ ਲੈਣੀ ਪਏਗੀ। ਹੁਣ ਰੂਟ ਬਣਾਉਣੇ ਇੱਕ ਕੈਂਡੀਡੇਟ ਵਾਸਤੇ, ਜਿਵੇਂ 226 ਪਿੰਡ ਨੇ, ਮੇਰੇ ਪਿੰਡ ਦੇ ਵਿੱਚ ਕਿਹੜਾ ਗਰੁੱਪ ਮੇਰਾ ਕਿਹੜੇ ਗਲੀ 'ਚ ਕਰਨਾ ਚਾਹੁੰਦਾ, ਕਿੱਥੇ ਕਰਨਾ ਚਾਹੁੰਦਾ, ਬਾਜ਼ਾਰਾਂ 'ਚ ਕਿੱਥੇ ਕਰਨਾ ਚਾਹੁੰਦਾ, ਇਹ ਤਾਂ ਪ੍ਰੈਕਟੀਕਲੀ ਸੰਭਵ ਨਹੀਂ ਹੈ ਨਾ। ਤਾਂ ਕਈ ਕਿਸਮ ਦੀਆਂ ਮੁਸ਼ਕਿਲਾਂ ਜ਼ਰੂਰ ਨੇ, ਚੁਣੌਤੀਆਂ ਇਸ ਵਾਰ ਜ਼ਰੂਰ ਨੇ। ਉਹ ਜ਼ਿਕਰ ਗਰੇਵਾਲ ਜੀ ਵੀ ਕਰ ਰਹੇ ਸਨ ਕਿ ਕਈ ਖਦਸ਼ੇ ਜਿਹੜੇ ਤੁਸੀਂ ਜ਼ਾਹਰ ਕੀਤੇ ਨੇ ਉਹ ਸਹੀ ਨੇ, ਲੇਕਿਨ ਇਹਦੇ ਨਾਲ ਉਹ ਕਹਿ ਰਹੇ ਨੇ ਕਿ ਖਰਚਾ ਜ਼ਰੂਰ ਬਚੇਗਾ ਤੇ ਆਮ ਲੋਕ ਵੀ ਚੋਣ ਲੜ ਸਕਣਗੇ। ਸ਼ੁਕਰੀਆ ਚੀਮਾ ਜੀ ਸਾਡੇ ਨਾਲ ਜੁੜਨ ਦੇ ਲਈ, ਸ਼ੁਕਰੀਆ ਹਰਜੀਤ ਗਰੇਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਚੋਣਾਂ ਨੂੰ ਲੈ ਕੇ ਇਸ ਵਾਰ ਪਾਬੰਦੀਆਂ ਨੇ ਕਈ ਕਿਸਮ ਦੀਆਂ, ਕਿਉਂਕਿ ਕੋਰੋਨਾ ਵਾਇਰਸ ਦੇ ਕੇਸਿਸ ਲਗਾਤਾਰ ਵਧਦੇ ਜਾ ਰਹੇ ਨੇ, ਜਿਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ। ਵੱਡੀਆਂ ਰੈਲੀਆਂ ਦੇ ਉੱਤੇ, ਰੋਡ ਸ਼ੋਅ ਦੇ ਉੱਤੇ ਰੋਕ ਲਗਾਈ ਗਈ ਹੈ, ਇੱਥੋਂ ਤੱਕ ਕਿ ਜੇਤੂ ਰੈਲੀ ਕੱਢਣ ਦੇ ਉੱਤੇ ਵੀ ਰੋਕ ਹੈ। ਫਿਲਹਾਲ ਪਾਬੰਦੀਆਂ 15 ਜਨਵਰੀ ਤੱਕ ਨੇ, ਲੇਕਿਨ ਸਮੀਖਿਆ ਕੀਤੀ ਜਾਏਗੀ ਚੋਣ ਕਮਿਸ਼ਨ ਦੇ ਵੱਲੋਂ। ਲੇਕਿਨ ਚੁਣੌਤੀਆਂ ਜ਼ਰੂਰ ਕੈਂਡੀਡੇਟਸ ਦੇ ਲਈ, ਪਾਰਟੀਆਂ ਦੇ ਲਈ ਖੜੀਆਂ ਹੋ ਗਈਆਂ ਨੇ ਤੇ ਅਕਾਲੀ ਦਲ ਨੇ ਇਤਰਾਜ਼ ਜਤਾਇਆ ਹੈ ਨਵੇਂ ਨਿਰਦੇਸ਼ਾਂ ਤੇ ਕਿ ਇਸ ਤਰੀਕੇ ਦੇ ਨਾਲ ਕੈਂਡੀਡੇਟ ਦੇ ਲਈ ਪ੍ਰਚਾਰ ਮੁਹਿੰਮ ਬਹੁਤ ਔਖੀ ਹੋਏਗੀ। उधर आम आदमी पार्टी दे विवादित पैंफलेट नूं लैके विवाद बरकरार है ते चोण कमिशन ने भी इसदा नोटिस लिया है। जो पैंफलेट रिलीज किया गया है आम आदमी पार्टी दे वल्लों, उसदा चोण कमिशन ने भी नोटिस ले लिया है। कमिशन ने आम आदमी पार्टी नूं नोटिस जारी किया है ते जवाब मंगया है। विवादित पैंफलेट सी जिस दे विच ਇਹ ਕਿਹਾ ਗਿਆ ਸੀ ਕਿ ਤੁਸੀਂ ਪੈਸੇ ਸਾਰੀਆਂ ਪਾਰਟੀਆਂ ਤੋਂ ਲੈ ਲਓ ਲੇਕਿਨ ਵੋਟ ਝਾੜੂ ਨੂੰ ਹੀ ਪਾਇਓ। ਇਸ ਪੈਂਫਲੇਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰਕੇ ਚੋਣ ਕਮਿਸ਼ਨ ਨੇ ਜਵਾਬ ਮੰਗਿਆ। ਪੈਂਫਲੇਟ ਦੇ ਵਿੱਚ ਵੋਟਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਸਾਰੀਆਂ ਪਾਰਟੀਆਂ ਤੋਂ ਪੈਸੇ ਲੈ ਲਓ ਪਰ ਵੋਟ ਝਾੜੂ ਨੂੰ ਪਾਓ। ਅਕਾਲੀ ਦਲ ਨੇ ਵੀ ਕਾਰਵਾਈ ਦੀ ਮੰਗ ਕੀਤੀ ਸੀ। ਅਕਾਲੀ ਦਲ ਦੇ ਵੱਲੋਂ ਇਸ ਪੈਂਫਲੇਟ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਤੇ ਮੰਗ ਕੀਤੀ ਗਈ ਸੀ ਕਿ ਇਸ ਪੈਂਫਲੇਟ ਤੇ ਚੋਣ ਕਮਿਸ਼ਨ ਕਾਰਵਾਈ ਕਰੇ। ਤਾਂ ਹੁਣ ਨੋਟਿਸ ਜਾਰੀ ਹੋ ਗਿਆ ਹੈ ਆਮ ਆਦਮੀ ਪਾਰਟੀ ਨੂੰ ਤੇ ਇਸ ਤੇ ਜਵਾਬ ਮੰਗਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪੈਂਫਲੇਟ ਜਾਰੀ ਕਰਕੇ ਵੋਟਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਤੁਸੀਂ ਸਾਰੀਆਂ ਪਾਰਟੀਆਂ ਤੋਂ ਪੈਸੇ ਲੈ ਲਓ ਲੇਕਿਨ ਵੋਟ ਝਾੜੂ ਨੂੰ ਹੀ ਪਾਇਓ, ਯਾਨੀ ਕਿ ਆਮ ਆਦਮੀ ਪਾਰਟੀ ਨੂੰ ਹੀ ਪਾਇਓ। ਅਕਾਲੀ ਦਲ ਦੇ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਇਸ ਪੈਂਫਲੇਟ ਨੂੰ ਲੈ ਕੇ। ਇਸ ਵਿਵਾਦਿਤ ਪੈਂਫਲੇਟ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਪਟਿਆਲਾ ਤੋਂ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜੇ ਨੇ। ਮਨੋਜ, ਕੀ ਕੁਝ ਜਾਣਕਾਰੀ ਹੈ? ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਹੁਣ ਜਵਾਬ ਮੰਗਿਆ ਗਿਆ ਹੈ ਆਮ ਆਦਮੀ ਪਾਰਟੀ ਤੋਂ। ਜੀ ਬਿਲਕੁਲ ਅਕਸ਼ੇ, ਜਿਸ ਤਰ੍ਹਾਂ ਪਾਬੰਦੀਆਂ ਲਗਾਈਆਂ ਗਈਆਂ ਸੀ ਕੋਰੋਨਾ ਨੂੰ ਦੇਖਦੇ ਹੋਏ, ਉਸ ਦੇ ਮੱਦੇਨਜ਼ਰ ਜੇ ਕੋਈ ਇਸ ਤਰ੍ਹਾਂ ਦੇ ਪ੍ਰਚਾਰ ਕਰਦਾ ਜਾਂ ਇਸ ਤਰ੍ਹਾਂ ਦੀਆਂ ਜਿਹੜੇ ਆਪਾਂ ਕਹਿ ਸਕਦੇ ਕਿ ਲੋਕਾਂ ਨੂੰ ਵੋਟਰਾਂ ਨੂੰ ਰਿਝਾਉਣ ਦੇ ਲਈ ਕੋਈ ਐਸਾ ਕੰਮ ਕੀਤਾ ਜਾਂਦਾ ਤਾਂ ਉਸ ਨੂੰ ਲੈ ਕੇ ਆਪਦੇ ਆਪ 'ਚ ਇਹ ਆਪਾਂ ਕਹਿ ਸਕਦੇ ਕਿ ਬੜੀ ਵੱਡੀ ਗਲਤੀ ਹੈ। ਤੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਇਹ ਨੋਟਿਸ ਕੱਢਿਆ ਗਿਆ ਹੈਗਾ, ਜਿਸ ਦੇ ਚੱਲਦਿਆਂ ਹੁਣ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ। ਪਰ ਜਿਵੇਂ ਜਿਵੇਂ ਸਾਡੀ ਇਹਦੇ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕੋਈ ਵੀ ਇਸ ਮੁੱਦੇ ਉੱਪਰ ਫਿਲਹਾਲ ਬੋਲਣ ਨੂੰ ਤਿਆਰ ਨਹੀਂ ਹੈਗਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਚੋਣ ਕਮਿਸ਼ਨ ਨੇ ਕਿਹਾ ਕਿ ਤੁਸੀਂ ਪਾਬੰਦੀਆਂ ਦੇ ਵਿੱਚ ਰਹੋ ਤੇ 15 ਜਨਵਰੀ ਤੋਂ ਬਾਅਦ ਜਿਹੜੇ ਹੋਰ ਆਪਣੇ ਕਹਿ ਸਕਦੇ ਨੇ ਕਿ ਨਿਯਮ ਸਾਹਮਣੇ ਆਉਣੇ ਨੇ ਉਹਨਾਂ ਦੇ ਆਧਾਰ ਤੇ ਅੱਗੇ ਦੇਖਿਆ ਜਾ ਸਕਦਾ। ਪਰ ਇਹ ਇੰਨੀ ਕਾਹਲੀ ਹੈ, ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਹੈਗੀ ਉਹਦਾ ਇਸਤੇਮਾਲ ਕਰਨਾ ਆਪਦੇ ਆਪ 'ਚ ਸਵਾਲ ਖੜੇ ਕਰਦੇ ਤੇ ਇਸੇ ਦੇ ਉੱਪਰ ਹੀ ਹੁਣ ਇਹ ਨੋਟਿਸ ਜਾਰੀ ਕੀਤਾ ਗਿਆ। ਜੀ ਬਿਲਕੁਲ, ਪੈਸੇ ਲੈਣ ਨੂੰ ਲੈ ਕੇ ਇੱਕ ਕਿਸਮ ਦਾ ਇਹ ਜਿਹੜਾ ਪੈਂਫਲੇਟ ਹੈ ਉਹ ਜਾਰੀ ਕੀਤਾ ਗਿਆ। ਹਾਲਾਂਕਿ ਕਿਹਾ ਇਹ ਗਿਆ ਕਿ ਸਾਰੀਆਂ ਪਾਰਟੀਆਂ ਜੋ ਵੀ ਤੁਹਾਨੂੰ ਪੈਸੇ ਦਿੰਦੀਆਂ ਨੇ ਉਹਨਾਂ ਤੋਂ ਪੈਸੇ ਲੈ ਲਓ, ਲੇਕਿਨ ਵੋਟ ਝਾੜੂ ਨੂੰ ਹੀ ਪਾਓ। ਤਾਂ ਵਿਵਾਦਿਤ ਪੈਂਫਲੇਟ ਹੈ। ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪੈਂਫਲੇਟ ਜਾਰੀ ਕੀਤਾ ਗਿਆ ਸੀ ਜਿਸ ਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਗਿਆ ਹੈ ਕਿ ਸਾਰੀਆਂ ਪਾਰਟੀਆਂ ਤੋਂ ਪੈਸੇ ਲਓ ਪਰ ਵੋਟ ਝਾੜੂ ਨੂੰ ਦਿਓ। ਤਾਂ ਅੱਗੇ ਵਧਦੇ ਹਾਂ। ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸਿਆਸਤ 'ਚ ਕਦਮ ਰੱਖ ਰਹੇ ਨੇ। ਇਸ ਦਾ ਐਲਾਨ ਤਾਂ ਬਹੁਤ ਪਹਿਲਾਂ ਹੋ ਗਿਆ ਸੀ, ਲੇਕਿਨ ਕਿਹੜੀ ਪਾਰਟੀ ਜੁਆਇਨ ਕਰਨਗੇ ਉਹ ਅਜੇ ਤੱਕ ਸਾਫ਼ ਨਹੀਂ ਸੀ। ਤਾਂ ਹੁਣ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੀ ਹੈ, ਲੇਕਿਨ ਇਸ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਮੋਗਾ ਦੇ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੌਜੂਦਗੀ ਦੇ ਵਿੱਚ ਮਾਲਵਿਕਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ। ਅੱਜ ਮੁੱਖ ਮੰਤਰੀ ਮੋਗਾ ਪਹੁੰਚ ਰਹੇ ਨੇ, ਲੇਕਿਨ ਮਾਲਵਿਕਾ ਸੂਦ ਦੀ ਜੁਆਇਨਿੰਗ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਬਗਾਵਤ ਨਜ਼ਰ ਆ ਰਹੀ ਹੈ, ਕਿਉਂਕਿ ਜੋ ਮੋਗਾ ਤੋਂ ਕਾਂਗਰਸ ਦੇ ਪਹਿਲਾਂ ਵਿਧਾਇਕ ਨੇ ਹਰਜੋਤ ਕਮਲ, ਉਹਨਾਂ ਨੇ ਬਗਾਵਤੀ ਸੁਰ ਦੇ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਅੱਖਾਂ ਕੱਢੇ ਬਿਨਾਂ ਟਿਕਟ ਨਹੀਂ ਮਿਲਣੀ ਤੇ ਅਸੀਂ ਸਰੈਂਡਰ ਨਹੀਂ ਕਰਾਂਗੇ। ਇਸ ਨੂੰ ਲੈ ਕੇ ਹਰਜੋਤ ਕਮਲ ਬਾਗੀ ਤੇਵਰ ਦਿਖਾਉਂਦੇ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਜੋ ਮਾਲਵਿਕਾ ਸੂਦ ਦੀ ਜੁਆਇਨਿੰਗ ਹੈ, ਕਿਉਂਕਿ ਇਹ ਜ਼ਰੂਰ ਸਾਫ਼ ਕਰ ਦਿੱਤਾ ਗਿਆ ਸੀ ਸੋਨੂ ਸੂਦ ਮਾਲਵਿਕਾ ਸੂਦ ਦੇ ਵੱਲੋਂ ਕਿ ਉਹ ਆਪਣੇ ਇਲਾਕੇ ਦੇ ਵਿੱਚੋਂ ਹੀ ਚੋਣ ਲੜਨਗੇ, ਤਾਂ ਹੁਣ ਜੋ ਕਾਂਗਰਸ ਦਾ ਪੱਲਾ ਫੜਦੇ ਨੇ ਤਾਂ ਕਿਤੇ ਨਾ ਕਿਤੇ ਸਿੱਧਾ ਖਤਰਾ ਉੱਥੋਂ ਦੇ ਮੌਜੂਦਾ ਵਿਧਾਇਕ ਹਰਜੋਤ ਕਮਲ ਨੂੰ ਹੋ ਗਿਆ ਹੈ ਤੇ ਉਹਨਾਂ ਨੇ ਇਸ ਨੂੰ ਲੈ ਕੇ ਜੋ ਬਿਆਨ ਦਿੱਤੇ ਨੇ ਉਹ ਵੀ ਇਸ ਖਤਰੇ ਨੂੰ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ। ਤਾਂ ਮਾਲਵਿਕਾ ਸੂਦ ਕਾਂਗਰਸ ਜੁਆਇਨ ਕਰ ਸਕਦੇ ਨੇ ਅੱਜ ਮੁੱਖ ਮੰਤਰੀ ਚੰਨੀ ਦੀ ਅਗਵਾਈ ਦੇ ਵਿੱਚ, ਲੇਕਿਨ ਪਹਿਲਾਂ ਹੀ ਕਾਂਗਰਸ 'ਚ ਬਗਾਵਤ ਹੁੰਦੀ ਵੀ ਨਜ਼ਰ ਆ ਰਹੀ ਹੈ। ਕੀ ਪੈਣਾ ਤਾਂ ਟਿਕਟ ਮਿਲਣੀ ਹੈ, ਜਾ ਕੇ ਤਾਂ ਮਿਲਣੀ ਟਿਕਟ, ਫੇਰ ਆਪਾਂ ਲੜਾਈ ਲੜਾਂਗੇ। ਤੇ ਇਸ ਗੱਲ ਵਾਸਤੇ ਤਕੜੇ ਹੋ ਜਾਓ। ਮੇਰੇ ਸੱਦੇ ਤੇ ਨਹੀਂ, ਜਦੋਂ ਤੁਹਾਨੂੰ ਕਾਂ ਦੇ ਹੱਥ ਵਿੱਚ ਸੁਨੇਹਾ ਮਿਲ ਜੇ ਉੱਥੇ ਇਕੱਠੇ ਹੋ ਜਾਓ। ਇਹ ਜਿਹੜੀ ਗੱਲ ਆਪਾਂ ਸਰਪੰਚ ਸਾਹਿਬ ਨੇ ਕਹੀ ਹੈ ਚੀਕਾਂ ਪਰ ਹੈ ਕਿ ਚੀਕਾਂ ਕਢਾਉਣੀਆਂ ਪੈਣੀਆਂ ਔਰ ਨਿਕਲੀਆਂ ਪਈਆਂ। ਮੈਂ ਕੋਈ ਲੀਡਰ ਲੂਡਰ ਹੈ ਨਹੀਂ, ਤੁਹਾਡਾ ਭਰਾ ਹੀ ਹੈ, ਤੁਹਾਨੂੰ ਵੀ ਪਤਾ ਕਦੇ ਲੀਡਰਾਂ ਵਾਂਗੂ ਤੁਹਾਡੇ ਨਾਲ ਵਰਤਿਆ ਵੀ ਨਹੀਂ। ਹਰ ਬੰਦੇ ਨਾਲ ਨਿੱਜੀ ਤੌਰ ਤੇ ਵਰਤਦਾ, ਪਰਿਵਾਰਕ ਤੌਰ ਤੇ ਵਰਤਦਾ। ਇੱਥੇ ਤਾਂ ਅੱਧੀ ਰਾਤ ਨੂੰ ਫੋਨ ਲਾਉਂਦੇ, ਸਾਫੂ ਵਾਲਾ ਸਰਪੰਚ ਸਾਹਿਬ ਗਵਾਹ ਇਸ ਗੱਲ ਦੇ। ਅੱਧੀ ਰਾਤ ਨੂੰ ਮੈਨੂੰ ਫੋਨ ਲਾਤਾ, ਬਾਈ ਸੁੱਚ ਕੱਟਤੀ। ਕਿਹੜੇ ਪਿੰਡ ਵਾਲਿਆਂ ਨੇ ਬਾਈ ਕੱਟਤੀ? ਹਾਂਜੀ, ਮੋਠਾਂ ਵਾਲੀ ਵਾਲਿਆਂ ਨੇ ਸੁੱਚ ਕੱਟਤੀ ਤੇ ਬਾਈ ਇੱਧਰ ਵੀ ਕਿਰਪਾਨਾਂ ਤੇ ਇੱਧਰ ਵੀ ਹੋਣ ਲੱਗਿਆ ਤੇ ਹੁਣੇ ਪੁਲਿਸ ਭੇਜ। ਇੱਥੇ ਫਿਰ ਮਾਲਵਿਕਾ ਸੂਦ ਜਾਵੜਿਆ ਕਰੂਗੀ। ਜਿਹੜੇ ਬੰਦਿਆਂ ਨਾਲ ਬੰਦੇ ਵਰਤਦੇ ਹੁੰਦੇ। ਅੱਜ ਵੀ ਆਪਣੇ ਕੋਲ ਟ੍ਰੇਨ ਆ ਜਾਣੀ ਹੈ, ਆਉਣੀ ਆਈ ਹੈ। ਜਦੋਂ ਅੱਖਾਂ ਕੱਢਾਂਗੇ ਨਾ ਫਿਰ ਜਾ ਕੇ ਉਹਨਾਂ ਨੇ ਆਪਾਂ ਨੂੰ ਦੇਣੀ। ਜੇ ਆਪਾਂ ਚੁੱਪ ਕਰਕੇ ਸਰੈਂਡਰ ਕਰਕੇ ਬਹਿ ਗਏ ਤੇ ਫਿਰ ਬਾਈ ਕਿਸੇ ਨੂੰ ਨਹੀਂ ਦੇਣੀ। ਅੱਗੇ ਵੀ ਆਪਾਂ ਲੜਾਈ ਲੜੀ ਹੈ। ਜੇ ਆਪਾਂ ਕਹੀਏ ਆਪਾਂ ਨੂੰ ਘਰੇ ਆਉਣਗੇ, ਉਹ ਕਹਿਣਗੇ ਨਹੀਂ ਜੀ ਸਾਤੋਂ ਤਾਂ ਲੜੀ ਨਹੀਂ ਜਾਣੀਆਂ ਤੁਸੀਂ। ਆਪਾਂ ਨੱਕ 'ਚ ਤਾਂ ਮੈਂ ਕਰ ਦੇਣਾ ਵੀ ਪੁੱਤ ਲੜ ਕੇ ਵਿਖਾਓ ਇਹਦੇ ਤੋਂ, ਇਹਨਾਂ ਤੋਂ ਬਿਨਾਂ।
ਤੇ ਫਿਰ ਅਗਲੇ ਕਹਿਣਗੇ ਵੀ ਨਹੀਂ। ਤੇ ਉਹ ਜਿਹੜੇ ਉੱਪਰ ਬੈਠੇ ਆ ਉਹਨਾਂ ਨੂੰ ਵੀ ਐਂ ਲੱਗਦਾ ਵੀ ਥੈਲੀ ਬੈਠੀ ਹੈ। ਅੱਜ ਕਰੋੜਾਂ ਰੁਪਏ ਪਾਰਟੀ ਨੂੰ ਦੇ ਕੇ ਲਿਆਇਆ ਹੋਊਗਾ ਟੈਕਸ, ਉਹਨਾਂ ਨੂੰ ਸਿਖਾਤੀ ਹੋਊਗੀ ਇਹ ਗੱਲ ਨਹੀਂ ਵੀ ਮੈਂ ਤੁਹਾਡੇ ਲਈ ਪ੍ਰਚਾਰ ਕਰੂੰਗਾ, ਮੈਂ ਤੁਹਾਡੇ ਲਈ ਐਂ ਕਰੂੰਗਾ। ਤਾਂ ਕਾਫੀ ਬਗਾਵਤੀ ਸੁਰ ਪਹਿਲਾਂ ਹੀ ਨਜ਼ਰ ਆ ਰਹੇ ਨੇ। ਮਾਲਵਿਕਾ ਸੂਦ ਦੀ ਜੁਆਇਨਿੰਗ ਤੋਂ ਪਹਿਲਾਂ ਹੀ ਮੋਗਾ ਤੋਂ ਸਾਡੇ ਸਹਿਯੋਗੀ ਦੀਪਕ ਸਿੰਘਲਾ ਜੁੜੇ ਨੇ। ਦੀਪਕ, ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਕਿ ਕੀ ਉਮੀਦ ਲੱਗ ਰਹੀ ਹੈ? ਅੱਜ ਮੁੱਖ ਮੰਤਰੀ ਮੋਗਾ ਵੀ ਆ ਰਹੇ ਨੇ, ਕਿੰਨੇ ਕੁ ਵਜੇ ਦਾ ਕੋਈ ਪ੍ਰੋਗਰਾਮ ਹੈ, ਤਿਆਰੀਆਂ ਲੱਗ ਰਹੀਆਂ ਨੇ? ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ। ਬਿਲਕੁਲ ਅਰਸ਼ੀ, ਅਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਮੋਗਾ ਪਹੁੰਚਣਗੇ ਔਰ ਸੋਨੂ ਸੂਦ ਦੇ ਘਰ ਪਹੁੰਚਣਗੇ। ਅਸੀਂ ਇਸ ਟਾਈਮ ਮੌਜੂਦ ਹਾਂ ਸੋਨੂ ਸੂਦ ਦੇ ਘਰ ਦੇ ਬਾਹਰ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਲੀ ਦੇ ਨਾਲ ਨਿਸ਼ਾਨ ਬਣਾਏ ਹੁੰਦੇ ਆ ਰੋਡ ਤੋਂ, ਉਹ ਬਣਾਏ ਗਏ ਨੇ ਔਰ ਅੰਦਰ ਤਿਆਰੀਆਂ ਜਿਹੜੀਆਂ ਚੱਲ ਰਹੀਆਂ, ਕਿਉਂਕਿ ਕੱਲ੍ਹ ਦੇ ਅੰਦਰ ਜਿਹੜਾ ਕੈਂਪ ਦਾ ਸਮਾਨ ਉਹ ਪਹੁੰਚ ਗਏ ਸੀਗੇ। ਰਾਤ ਦੀਆਂ ਹੀ ਕੱਲ੍ਹ ਦੀਆਂ ਹੀ ਤਿਆਰੀਆਂ ਅੰਦਰ ਚੱਲਦੀਆਂ ਪਈਆਂ ਔਰ ਪੁਲਿਸ ਪ੍ਰਸ਼ਾਸਨ ਵੀ ਥੋੜ੍ਹੀ ਜਿਹੀ ਇੱਥੇ ਜਿਹੜੀ ਡਿਊਟੀ ਲੱਗੀ ਸੀ ਉਹ ਵੀ ਸ਼ੁਰੂ ਹੋ ਚੁੱਕੀ ਹੈ। ਔਰ ਜਿਹੜਾ ਟਾਈਮ ਦੱਸਿਆ ਜਾ ਰਿਹਾ ਹੈ ਅਸਲੀ ਬਹੁਤ 3:30 ਵਜੇ ਦੇ ਕਰੀਬ ਦਾ ਟਾਈਮ ਦੱਸਿਆ ਜਾ ਰਿਹਾ, ਜਿਹੜਾ ਮੀਡੀਆ ਨੂੰ ਦਿੱਤਾ ਗਿਆ ਹੈ ਕਿ ਉਹ ਜਿਹੜਾ ਟਾਈਮ ਦੇਣਗੇ ਉਹ 3:30 ਵਜੇ ਚਰਨਜੀਤ ਸਿੰਘ ਚੰਨੀ ਔਰ ਹਰੀਸ਼ ਚੌਧਰੀ ਇਹ ਦੋਨੋਂ ਇੱਥੇ ਪਹੁੰਚਣਗੇ। ਲੇਕਿਨ ਅਗਰ ਗੱਲ ਕੀਤੀ ਜਾਵੇ ਮਾਲਵਿਕਾ ਸੂਦ ਦੀ, ਤੇ ਅੱਜ ਮਾਲਵਿਕਾ ਸੂਦ ਕਾਂਗਰਸ ਦਾ ਪੱਲਾ ਫੜ ਸਕਦੀ ਹੈ, ਕਿਉਂਕਿ ਪਿਛਲੇ ਦੌਰਾਨ ਕਾਫੀ ਚਰਚਾਵਾਂ ਚੱਲਦੀਆਂ ਸੀ। ਕਦੇ ਸੋਨੂ ਸੂਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਅਰਵਿੰਦ ਕੇਜਰੀਵਾਲ ਨਾਲ ਮਿਲਦੇ ਸੀ, ਕਦੇ ਜੱਪਨ ਸਾਹਿਬ ਨਾਲ ਮਿਲਦੇ ਸੀ। ਕਈ ਚਰਚਾਵਾਂ ਸੀ ਕਿ ਆਖਿਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਕਿਹੜੀ ਪਾਰਟੀ ਤੋਂ ਆਏਗੀ। ਇਸ ਤਰ੍ਹਾਂ ਦੀਆਂ ਕਈ ਕਿਆਸ ਲਗਾਏ ਜਾ ਰਹੇ ਸੀ। ਲੇਕਿਨ ਪਰਸੋਂ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਮੈਸੇਜ ਵਾਇਰਲ ਹੋਇਆ ਸੀ ਕਿ ਕਾਂਗਰਸ ਤੋਂ ਹੀ ਦਾਅਵੇਦਾਰ ਹੋਣਗੇ, ਕਾਂਗਰਸ ਤੋਂ ਹੀ ਟਿਕਟ ਲੜਨਗੇ ਜਿਹੜੇ ਹੈ ਮਾਲਵਿਕਾ ਸੂਦ, ਉਸ ਨੂੰ ਲੈ ਕੇ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ। ਕਿਉਂਕਿ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਸੀਗਾ ਪਹਿਲਾਂ ਜੀ ਬਿਲਕੁਲ, ਤਾਂ ਤਿਆਰੀਆਂ ਨਜ਼ਰ ਆ ਰਹੀਆਂ ਨੇ। ਅੱਜ ਮੁੱਖ ਮੰਤਰੀ ਮੋਗਾ ਪਹੁੰਚ ਰਹੇ ਨੇ ਤਾਂ ਉਸ ਨੂੰ ਲੈ ਕੇ ਤਿਆਰੀਆਂ ਜ਼ਰੂਰ ਨਜ਼ਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸ਼ੁਕਰੀਆ ਦੀਪਕ ਪੂਰੀ ਜਾਣਕਾਰੀ ਦੇ ਲਈ। ਤਾਂ ਮੋਗਾ ਦੇ ਵਿੱਚ ਅੱਜ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ, ਮੁੱਖ ਮੰਤਰੀ ਦੀ ਮੌਜੂਦਗੀ ਦੇ ਵਿੱਚ ਸੋਨੂ ਸੂਦ ਦੇ ਭੈਣ ਮਾਲਵਿਕਾ ਸੂਦ ਕਾਂਗਰਸ ਦਾ ਪੱਲਾ ਫੜ ਸਕਦੇ ਨੇ। ਲੇਕਿਨ ਇਸ ਤੋਂ ਪਹਿਲਾਂ ਹੀ ਹਰਜੋਤ ਕਮਲਜੋਤ ਤੋਂ ਵਿਧਾਇਕ ਨੇ, ਉਹਨਾਂ ਨੇ ਬਾਗੀ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ। ਤਾਂ ਟਿਕਟ ਮਿਲਣੀ ਹੈ, ਜਾ ਕੇ ਤਾਂ ਮਿਲਣੀ ਟਿਕਟ, ਫੇਰ ਆਪਾਂ ਲੜਾਈ ਲੜਾਂਗੇ। ਤੇ ਇਸ ਗੱਲ ਵਾਸਤੇ ਤਗੜੇ ਹੋ ਜਾਓ। ਮੇਰੇ ਸੱਦੇ ਤੇ ਨਹੀਂ, ਜਦੋਂ ਤੁਹਾਨੂੰ ਕਾਂ ਦੇ ਹੱਥ ਵਿੱਚ ਸੁਨੇਹਾ ਮਿਲ ਜੇ ਉੱਥੇ ਇਕੱਠੇ ਹੋ ਜਾਓ। ਇਹ ਜਿਹੜੀ ਗੱਲ ਆਪਾਂ ਸਰਪੰਚ ਸਾਹਿਬ ਨੇ ਕਹੀ ਹੈ ਚੀਕਾਂ ਪਰ ਹੈ ਕਿ ਚੀਕਾਂ ਕਢਾਉਣੀਆਂ ਪੈਣੀਆਂ ਔਰ ਨਿਕਲੀਆਂ ਪਈਆਂ। ਮੈਂ ਕੋਈ ਲੀਡਰ ਹੈ ਨਹੀਂ, ਤੁਹਾਡਾ ਭਰਾ ਹੀ ਆ, ਤੁਹਾਨੂੰ ਵੀ ਪਤਾ ਕਦੇ ਲੀਡਰਾਂ ਵਾਂਗੂ ਤੁਹਾਡੇ ਨਾਲ ਵਰਤਿਆ ਵੀ ਨਹੀਂ। ਹਰ ਬੰਦੇ ਨਾਲ ਨਿੱਜੀ ਤੌਰ ਤੇ ਵਰਤਦਾ, ਪਰਿਵਾਰਕ ਤੌਰ ਤੇ ਵਰਤਦਾ। ਇੱਥੇ ਤਾਂ ਅੱਧੀ ਰਾਤ ਨੂੰ ਫੋਨ ਲਾਉਂਦੇ, ਸਾਫੂ ਵਾਲਾ ਸਰਪੰਚ ਸਾਹਿਬ ਗਵਾਹ ਇਸ ਗੱਲ ਦੇ। ਅੱਧੀ ਰਾਤ ਨੂੰ ਮੈਨੂੰ ਫੋਨ ਲਾਤਾ, ਬਾਈ ਸੁੱਚ ਕੱਟਤੀ। ਕਿਹੜੇ ਪਿੰਡ ਵਾਲਿਆਂ ਨੇ ਬਾਈ ਕੱਟਤੀ? ਹਾਂਜੀ, ਮੋਠਾਂ ਵਾਲਿਆਂ ਨੇ ਸੁੱਚ ਕੱਟਤੀ। ਤੇ ਬਾਈ ਇੱਧਰ ਵੀ ਕਿਰਪਾਨਾਂ ਤੇ ਇੱਧਰ ਵੀ ਹੋਣ ਲੱਗਿਆ ਤੇ ਹੁਣੇ ਪੁਲਿਸ ਭੇਜ। ਇੱਥੇ ਫਿਰ ਮਾਲਵਿਕਾ ਸੂਦ ਜਾਵੜਿਆ ਕਰੂਗੀ। ਜਿਹੜੇ ਬੰਦਿਆਂ ਨਾਲ ਬੰਦੇ ਵਰਤਦੇ ਹੁੰਦੇ ਬਾਈ। ਅੱਜ ਵੀ ਆਪਣੇ ਕੋਲ ਟ੍ਰੇਨ ਆ ਜਾਣੀ ਹੈ, ਆਉਣੀ ਆਈ ਆ। ਜਦੋਂ ਅੱਖਾਂ ਕੱਢਾਂਗੇ ਨਾ ਫਿਰ ਜਾ ਕੇ ਉਹਨਾਂ ਨੇ ਆਪਾਂ ਨੂੰ ਦੇਣੀ। ਜੇ ਆਪਾਂ ਚੁੱਪ ਕਰਕੇ ਸਰੈਂਡਰ ਕਰਕੇ ਬਹਿ ਗਏ ਤੇ ਫਿਰ ਬਾਈ ਕਿਸੇ ਨੇ ਨਹੀਂ ਦੇਣੀ। ਅੱਗੇ ਵੀ ਆਪਾਂ ਲੜਾਈ ਲੜੀ ਹੈ। ਜੇ ਆਪਾਂ ਕਹੀਏ ਆਪਾਂ ਨੂੰ ਘਰੇ ਆਉਣਗੇ, ਉਹ ਕਹਿਣਗੇ ਨਹੀਂ ਜੀ ਸਾਤੋਂ ਤਾਂ ਲੜੀ ਨਹੀਂ ਜਾਣੀਆਂ ਤੁਸੀਂ। ਆਪਾਂ ਨੱਕ 'ਚ ਤਾਂ ਮੈਂ ਕਰ ਦੇਣਾ ਵੀ ਪੁੱਤ ਲੜ ਕੇ ਵਿਖਾਓ ਇਹਨਾਂ ਤੋਂ ਬਿਨਾਂ, ਤੇ ਫਿਰ ਅਗਲੇ ਕਹਿਣਗੇ ਵੀ ਨਹੀਂ। ਤੇ ਉਹ ਜਿਹੜੇ ਉੱਪਰ ਬੈਠੇ ਆ ਉਹਨਾਂ ਨੂੰ ਵੀ ਐਂ ਲੱਗਦਾ ਵੀ ਥੈਲੀ ਬੈਠੀ ਹੈ। ਅੱਜ ਕਰੋੜਾਂ ਰੁਪਏ ਪਾਰਟੀ ਨੂੰ ਦੇ ਕੇ ਲਿਆਇਆ ਹੋਊਗਾ ਟੈਕਸ, ਉਹਨਾਂ ਨੂੰ ਸਿਖਾਤੀ ਹੋਊਗੀ ਇਹ ਗੱਲ ਨਹੀਂ ਵੀ ਮੈਂ ਤੁਹਾਡੇ ਲਈ ਪ੍ਰਚਾਰ ਕਰੂੰਗਾ, ਮੈਂ ਤੁਹਾਡੇ ਲਈ ਐਂ ਕਰੂੰਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ, ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ SGPC ਨੇ ਸਵਾਗਤ ਤਾਂ ਕੀਤਾ, ਪਰ ਨਾਲ ਹੀ ਸਵਾਲ ਵੀ ਚੁੱਕੇ ਨੇ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੀ ਰਾਏ ਵੀ ਲੈਣੀ ਚਾਹੀਦੀ ਸੀ। ਇਨਾਮ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਤਾਂ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵੀਰ ਬਾਲ ਦਿਵਸ ਦਾ ਨਾਮ ਛੋਟੇ ਸਾਹਿਬਜ਼ਾਦਿਆਂ ਦੇ ਮੇਚ ਨਹੀਂ ਹੈ। ਪੰਥਕ ਭਾਸ਼ਾ ਦੇ ਵਿੱਚ ਬਾਬਾ ਸ਼ਬਦ ਵਰਤਿਆ ਜਾਂਦਾ ਹੈ। ਐਸਜੀਪੀਸੀ ਪ੍ਰਧਾਨ ਦੇ ਮੁਤਾਬਕ ਪੀਐਮ ਦਾ ਐਲਾਨ ਸਤਿਕਾਰ ਚੋਂ ਉਪਜਿਆ ਤਾਂ ਹੋ ਸਕਦਾ ਹੈ, ਪਰ ਸਿੱਖ ਰਵਾਇਤਾਂ ਦੇ ਅਨੁਸਾਰ ਨਹੀਂ ਹੈ। ਅੱਜ ਭਾਰਤ ਸਰਕਾਰ ਵੱਲੋਂ, ਭਾਰਤ ਦੇ ਪ੍ਰਾਈਮ ਮਿਨਿਸਟਰ ਜੀ ਵੱਲੋਂ ਇੱਕ ਅਨਾਉਂਸਮੈਂਟ ਹੋਈ ਹੈ ਕਿ 4 ਸਾਹਿਬਜ਼ਾਦਿਆਂ ਦਾ ਇਤਿਹਾਸ ਜਿਹੜਾ ਹੈ 26 ਦਸੰਬਰ ਨੂੰ ਹਰ ਸਾਲ ਉਹ ਭਾਰਤ ਦੇ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਇਆ ਕਰੇਗਾ। ਔਰ ਅਸੀਂ ਇਹਦਾ ਸਵਾਗਤ ਕਰਦੇ ਹਾਂ। ਇਸ ਦਿਨ ਨੂੰ ਜਿਹੜਾ ਮਨਾਉਣ ਦੇ ਲਈ ਨਾਂ ਰੱਖਿਆ ਵੀਰ ਬਾਲ ਦਿਵਸ, ਇਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਹੈ। ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਇਹ ਨਾਮ ਜਿਹੜਾ ਹੈ ਇਸ ਦਿਨ ਨੂੰ ਮਨਾਉਣ ਵਾਸਤੇ ਉਹ ਰੱਖਿਆ ਜਾਣਾ ਚਾਹੀਦਾ ਹੈ ਜਿਹੜਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹ ਨਾਮ ਨਹੀਂ ਠੀਕ ਕਿ ਜਦੋਂ ਵੀ ਇਸ ਤਰ੍ਹਾਂ ਦੇ ਫੈਸਲੇ ਲੈਣੇ ਹੁੰਦੇ ਆ ਤਾਂ ਸਿੱਖ ਸੰਸਥਾਵਾਂ ਸਾਡੀਆਂ ਮੌਜੂਦ ਨੇ ਭਾਰਤ ਦੀ ਧਰਤੀ ਦੇ ਉੱਤੇ, ਇਹਨਾਂ ਨਾਲ ਮਸ਼ਵਰਾ ਜਿਹੜਾ ਹੈ, ਸਲਾਹ ਕਰ ਲੈਣੀ। ਮੈਂ ਕਹਿੰਦਾ ਕਿ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੁੜੇ ਹੋਏ ਨੇ। ਬੀਬੀ ਜਗੀਰ ਕੌਰ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਜੋ ਐਲਾਨ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਗਿਆ ਹੈ, ਬਹੁਤ ਸਾਰੇ ਸਿਆਸੀ ਆਗੂ, ਬਹੁਤ ਸਾਰੇ ਆਗੂ ਇਸ ਦਾ ਸਵਾਗਤ ਵੀ ਕਰ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਜਥੇਦਾਰ ਜੀ ਦੇ ਵੱਲੋਂ, ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਨਾਮ ਨੂੰ ਲੈ ਕੇ, ਵੀਰ ਬਾਲ ਦਿਵਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਦੇਖੋ, ਇਸ ਤਰ੍ਹਾਂ ਕਿ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਹੈ, ਇਹਨਾਂ ਦੀ ਲਾਸਾਨੀ ਸ਼ਹਾਦਤ ਹੈ ਜੀ। ਔਰ ਇਹਨਾਂ ਨੇ ਬਾਲਾਂ ਵਰਗੇ ਕੰਮ ਨਹੀਂ ਕੀਤੇ, ਇਹਨਾਂ ਨੇ ਤੇ ਬਾਬਿਆਂ ਵਰਗੇ ਕੰਮ ਕੀਤੇ। ਇਹਨਾਂ ਨੇ ਤੇ ਉਹ ਪੂਰਨੇ ਪਾਏ ਹੈ ਜਿਹੜੇ ਸਾਡੇ ਬਾਬੇ ਪੂਰਨੇ ਪਾਉਂਦੇ ਆ, ਆਈਡੀਅਲ ਦਿੰਦੇ ਆ। ਇਹਨਾਂ ਦੀ ਸ਼ਹਾਦਤ ਦੇ ਨਾਲ ਕਿਸੇ ਦਾ ਕੰਪੈਰੇਬਲ ਕਹਿੰਦੇ ਕੰਪੈਰੇਬਲ ਹੈ, ਇਹ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਵੀਰ ਯੋਧੇ ਹੋ ਸਕਦੇ ਹੈ, ਕਿਸੇ ਜੰਗ ਦੇ ਮੈਦਾਨ 'ਚ ਹੋ ਸਕਦੇ ਹੈ, ਕਿਤੇ ਲੜ ਕੇ ਮਰਨ ਵਾਲੇ ਹੋ ਸਕਦੇ ਹੈ ਜੀ, ਪਰ ਜੇ ਇਹਨਾਂ ਨੂੰ ਅਸੀਂ ਕਹੀਏ ਵੀਰ ਬਾਲ, ਇਹਦਾ ਮਤਲਬ ਅਸੀਂ ਹੁਣ ਬਾਲ ਕਿਆ ਕਰਾਂਗੇ ਬਾਬੇ ਦੀ ਥਾਂ ਦੇ ਉੱਤੇ? ਇਹ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਟ ਮੀਨਸ ਕਿ ਇਹ ਤਾਂ ਸਾਡੇ ਬਾਬੇ ਜੋ ਅਸੀਂ ਬੱਚਿਆਂ ਨੂੰ ਸੇਧ ਦੇਣੀ ਹੈ, ਇਹ ਪੂਰਨੇ ਪਾ ਕੇ ਸੇਧ ਦਿੰਦੇ ਹੈ। ਇਹਨਾਂ ਦਾ ਇਤਿਹਾਸ ਤੇ ਬਾਲਾਂ ਨੂੰ ਪੜ੍ਹਾਉਣ ਵਾਸਤੇ ਸਿਲੇਬਸ ਵਿੱਚ ਦਰਜ ਕਰਨਾ ਚਾਹੀਦਾ, ਨਾ ਕਿ ਇਹਨਾਂ ਨੂੰ ਬਾਲ ਕਹਿਣਾ ਚਾਹੀਦਾ। ਇਹਨਾਂ ਦਾ ਇਤਿਹਾਸ ਬਾਲਾਂ ਨੂੰ ਪੜ੍ਹਾਉਣ ਵਾਸਤੇ ਹਰ ਜਿਹੜੇ ਸਿਲੇਬਸ ਹੈ ਉਹਨਾਂ ਦਾ, ਉਹਦੇ ਵਿੱਚ ਦਰਜ ਕਰ ਦੇਣਾ ਚਾਹੀਦਾ। ਸੋ ਮੈਂ ਸਮਝਦੀ ਹਾਂ ਕਿ ਪ੍ਰਧਾਨ ਮੰਤਰੀ ਜੀ ਨੇ ਆਪਣੇ ਵੱਲੋਂ ਸਤਿਕਾਰ ਭੇਂਟ ਕੀਤਾ, ਚਲੋ ਉਹਨਾਂ ਦੀ ਭਾਵਨਾ, ਪਰ ਸਿੱਖ ਕੌਮ ਦੀ, ਸਿੱਖ ਮਰਿਆਦਾ ਦੀ ਡਿਕਸ਼ਨਰੀ ਵਿੱਚ ਵੀਰ ਬਾਲ ਸ਼ਬਦ ਜਿਹੜਾ ਉਹ ਸੋਭਾ ਨਹੀਂ ਦਿੰਦਾ, ਬਹੁਤ ਛੋਟਾ ਸ਼ਬਦ ਲੱਗਦਾ। ਇਹ ਤੇ ਬਾਲਾਂ ਵਾਲੀ ਗੱਲ ਲੱਗਦੀ ਹੈ, ਉਹਨਾਂ ਬਾਬਿਆਂ ਵਾਲੀ ਗੱਲ ਕੀਤੀ ਹੈ, ਬਾਲਾਂ ਵਾਲੀ ਨਹੀਂ ਕੀਤੀ। ਕੀ ਤੁਸੀਂ ਇਹ ਮਸਲਾ ਚੁੱਕੋਗੇ ਸਰਕਾਰ ਦੇ ਕੋਲ ਕਿ ਇਸ ਦਾ ਨਾਮ ਤਬਦੀਲ ਕੀਤਾ ਜਾਏ? ਜ਼ਰੂਰ ਜੀ। ਦੇਖੋ, ਇਹਦਾ ਵੈਸੇ ਹੀ ਜਦੋਂ ਕੋਈ ਇਦਾਂ ਦੇ ਮੁੱਦਿਆਂ ਨੂੰ ਕੋਈ ਨਾਮ ਦੇਣਾ ਹੁੰਦਾ ਹੈ, ਸਾਡਾ ਤੇ ਵੈਸੇ ਚੱਲ ਰਿਹਾ ਜੀ ਸ਼ਹੀਦੀ ਸਾਕਾ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਨਾਲੇ ਅਸੀਂ ਚਾਰੇ ਸਾਹਿਬਜ਼ਾਦਿਆਂ ਨੂੰ ਵੱਖ ਨਹੀਂ ਕਰ ਸਕਦੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਸਾਹਿਬਜ਼ਾਦਿਆਂ ਸ਼ਹਾਦਤਾਂ ਨੂੰ ਅਸੀਂ ਵੱਖਰੇ ਨਹੀਂ ਕਰ ਸਕਦੇ। ਇਹ ਸਾਕਾ ਇਕੱਠਾ ਹੀ ਵਾਪਰਿਆ ਹੋਇਆ, ਵੱਖ-ਵੱਖ ਦਿਨਾਂ ਵਿੱਚ ਇਕੱਠਾ ਹੀ ਵਾਪਰਿਆ। ਔਰ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਧਰਮ ਪਰਿਵਰਤਨ ਕਰਵਾਉਣ ਵਾਸਤੇ ਕੀਤਾ ਸੀਗਾ, ਲੇਕਿਨ ਸਾਡੇ ਬਾਬਿਆਂ ਨੇ ਉਹ ਧਰਮ ਪਰਿਵਰਤਨ ਦੇ ਖਿਲਾਫ ਆਵਾਜ਼ ਉਠਾਈ ਹੈ, ਇਹ ਨਹੀਂ ਮੰਨਿਆ। ਸੋ ਇਸ ਕਰਕੇ ਇਹ ਪਹਿਲਾਂ ਬੜਾ ਸੈਂਸਿਟਿਵ ਮੁੱਦਾ ਹੋਣਾ ਚਾਹੀਦਾ ਹੈ। ਠੀਕ ਹੈ, ਉਹਨਾਂ ਨੇ ਆਪਣਾ ਸਤਿਕਾਰ ਭੇਟ ਕੀਤਾ, ਲੇਕਿਨ ਮੈਂ ਸਮਝਦੀ ਹਾਂ ਕਿ ਪਹਿਲਾਂ ਸਿੱਖ ਸੰਸਥਾਵਾਂ ਸਾਡੀਆਂ ਜਿਹੜੀਆਂ, ਜਾਂ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਸਾਡੀ ਐਸਜੀਪੀਸੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਕਹਿੰਦੀ ਹੈ, ਇਹ ਨਾਮਕਰਨ ਜਦੋਂ ਕਿਤੇ ਦੇਣਾ ਹੋਵੇ, ਕਮ ਸੇ ਕਮ ਸਾਡੀ ਸਿੱਖ ਮਰਿਆਦਾ ਦੀ ਡਿਕਸ਼ਨਰੀ ਵਿੱਚ ਤੇ ਹੋਣਾ ਚਾਹੀਦਾ ਨਾ। ਇਹ ਸਾਡੀ ਡਿਕਸ਼ਨਰੀ ਨਾਲ ਟੁਕਦਾ ਨਹੀਂ ਜੀ।
ਤੁਹਾਨੂੰ ਲੱਗਦਾ ਕਿ ਰਾਏ ਲੈਣੀ ਜ਼ਰੂਰੀ ਸੀ, ਰਾਏ ਲਈ ਜਾਣੀ ਚਾਹੀਦੀ ਸੀ? ਬਹੁਤ ਜ਼ਰੂਰੀ ਸੀ ਇਹ। ਇਹਨਾਂ ਦੀ ਅੱਗੇ ਪਹਿਲਾਂ ਵੀ ਅਸੀਂ ਕਿਹਾ ਕਿ ਐਸਜੀਪੀਸੀ ਇੱਕ ਨੋਡਲ ਏਜੰਸੀ ਹੋਣੀ ਚਾਹੀਦੀ ਹੈ। ਕੋਈ ਵੀ ਧਾਰਮਿਕ ਮਸਲੇ ਦਾ ਫੈਸਲਾ ਕਰਨ ਤੇ ਜਾਂ ਧਾਰਮਿਕ ਲੋਕਾਂ ਦੇ ਵਿੱਚ ਜਿਹੜੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਆਪਾਂ ਕੋਈ ਫੈਸਲਾ ਕਰਨਾ ਹੈ ਤਾਂ ਉਹਦੇ ਵਾਸਤੇ ਨੋਡਲ ਏਜੰਸੀ ਸਾਡੀ ਕੌਮ ਨੇ ਐਸਜੀਪੀਸੀ ਚੁਣੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ, ਉਹ ਫੈਸਲਾ ਅਸੀਂ ਉੱਤੇ ਮੋਹਰ ਲਾਉਂਦੇ ਹੈ। ਤੇ ਇਹਨਾਂ ਨੂੰ ਕੀ ਕਾਹਲੀ ਪੈ ਗਈ ਸੀ ਕਿ ਜਿਹੜਾ ਇਹਨਾਂ ਨੇ ਰਾਤੋਂ ਰਾਤ ਹੀ ਬਿਨਾਂ ਕਿਸੇ ਸਲਾਹ ਦੇ ਤੋਂ ਇਹ ਸ਼ਬਦ ਕਹਿ ਦਿੱਤਾ? ਬੀਜੇਪੀ ਆਗੂ ਤਾਂ ਬੀਬੀ ਜੀ ਕਹਿ ਰਹੇ ਨੇ ਕਿ ਬਹੁਤ ਸਮੇਂ ਤੋਂ ਇਹ ਮੰਗ ਸੀ, ਸਗੋਂ ਪਹਿਲਾਂ ਵੀ ਬੀਜੇਪੀ ਆਗੂ ਕਈ ਵਾਰ ਕਹਿੰਦੇ ਰਹੇ ਨੇ ਕਿ ਬਾਲ ਦਿਵਸ ਦਾ ਨਾਂ ਹੀ ਤਬਦੀਲ ਕਰ ਦਿੱਤਾ ਜਾਏ। ਸਵਾਏ ਮਨਜਿੰਦਰ ਸਿੰਘ ਸਿਰਸੇ ਤੋਂ ਕਿਹਦੀ ਮੰਗ ਸੀ? ਕਿਹੜੀਆਂ ਸਿੱਖ ਸੰਸਥਾਵਾਂ ਨੂੰ ਲਿਖ ਕੇ ਭੇਜਿਆ? ਕਿਹੜੀ ਐਸਜੀਪੀਸੀ ਨੇ ਲਿਖ ਕੇ ਭੇਜਿਆ? ਕਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨਨਾਮਾ ਹੋਇਆ? ਕਿਹਨੇ ਮੰਗ ਕੀਤੀ? ਕੇਵਲ ਇੱਕ ਸਿੱਖ ਜਿਹੜਾ ਇਹ ਫੈਸਲਾ ਨਹੀਂ ਕਰ ਸਕਦਾ। ਮੈਂ ਇਕੱਲੀ ਸਿੱਖ ਫੈਸਲਾ ਨਹੀਂ ਕਰ ਸਕਦੀ, ਮੈਂ ਐਜ਼ ਏ ਜਗੀਰ ਕੌਰ ਫੈਸਲਾ ਨਹੀਂ ਕਰ ਸਕਦੀ, ਮੈਂ ਐਜ਼ ਏ ਐਸਜੀਪੀਸੀ ਦੀ ਮੁਖੀ ਹੋ ਕੇ ਸਿੱਖ ਸੰਸਥਾਵਾਂ ਦੀ ਸਲਾਹ ਲੈ ਕੇ ਫੈਸਲਾ ਕਰ ਸਕਦੀ ਹਾਂ, ਨਾ ਕਿ ਮੈਂ ਐਜ਼ ਏ ਇੰਡੀਵਿਜੂਅਲ ਕੋਈ ਮੰਗ ਨਹੀਂ ਕਰ ਸਕਦਾ। ਜੀ ਤਾਂ ਇਹ ਇੰਪੈਰੇਟਿਵ ਹੋ ਜਾਂਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਏ ਲਈ ਜਾਣੀ ਚਾਹੀਦੀ ਸੀ ਸਿੱਖ ਸੰਸਥਾਵਾਂ ਦੀ। ਲੇਕਿਨ ਬਹੁਤ ਸਾਰੇ ਬੀਬੀ ਜੀ ਸਿਆਸੀ ਆਗੂ ਖੁਸ਼ੀ ਜ਼ਾਹਰ ਕਰ ਰਹੇ ਨੇ, ਸਗੋਂ ਕਹਿ ਰਹੇ ਨੇ ਕਿ ਵੱਡੇ ਸਮੇਂ ਤੋਂ ਮੰਗ ਸੀ। ਸਿਆਸੀ ਆਗੂਆਂ ਨੇ ਤਾਂ ਉੱਤੇ ਹੀ ਦੇਖਣਾ ਨਾ ਕਿ ਇਹ ਹੋ ਗਿਆ, ਇਹ ਹੋ ਗਿਆ। ਇਹਨਾਂ ਨੂੰ ਤੇ ਕੋਈ ਇਹਨਾਂ ਨੇ ਇਹ ਨਹੀਂ ਵੇਖਣਾ ਕਿ ਸਾਡੀ ਜਿਹੜੀ ਵੋਕੈਬਲਰੀ ਹੈ, ਸਾਡੀ ਜਿਹੜੀ ਹੈ ਸਿੱਖ ਮਰਿਆਦਾ ਦੇ ਸ਼ਬਦ ਜਿਹੜੇ ਹੈ ਉਹ ਕਿੱਥੇ ਟੁਕਦੇ ਹੈ, ਉਹ ਕਿਹੜਾ ਢੁਕਵਾਂ ਸ਼ਬਦ ਹੋਣਾ ਚਾਹੀਦਾ ਹੈ ਜਿਹੜੇ ਢੁਕਵੇਂ ਸ਼ਬਦ ਦੇ ਨਾਲ ਇਹਦਾ ਸਨਮਾਨ ਜਿਹੜਾ ਵੱਧ ਸਕੇ, ਘਟੇ ਨਾ। ਜੀ, ਤੁਹਾਨੂੰ ਲੱਗ ਰਿਹਾ ਕਿ ਸਨਮਾਨ ਸਗੋਂ ਘਟਾ ਦਿੱਤਾ ਗਿਆ? ਜਦੋਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਬਾ ਸ਼ਬਦ ਵੀਰਬਾਲ ਕਵਾਂਗੇ, ਆਪਾਂ ਵੀਰਬਾਲ ਕਵਾਂਗੇ ਤੇ ਵੀਰਬਾਲ ਦੇ ਬਹੁਤ ਛੋਟਾ ਸ਼ਬਦ ਆ ਗਿਆ ਉਹਨਾਂ ਲਈ। ਵੀਰ ਯੋਧੇ ਦੇਖੋ ਇੱਕ ਹੁੰਦੇ ਨੇ ਕਿਸੇ ਮੁਕਾਬਲੇ ਵਿੱਚ ਮਾਰੇ ਜਾਣਾ, ਕਿਸੇ ਦੇਸ਼ ਦੀ ਸ਼ਹਾਦਤ ਉੱਤੇ ਵੀਰ ਯੋਧੇ ਜਿਹੜੇ ਸ਼ਹੀਦ ਹੁੰਦੇ ਆ ਉਹ ਵੀ ਹੈਗੇ ਆ। ਲੇਕਿਨ ਇਹ ਤਾਂ ਬਿਲਕੁਲ ਇਹਨਾਂ ਕੋਲ ਇੱਕ ਆਲਟਰਨੇਟਿਵ ਸੀ। ਇੱਥੇ ਆਲਟਰਨੇਟਿਵ ਦਿੱਤੇ ਗਏ ਹੈ ਕਿ ਤੁਸੀਂ ਸੁੱਖ ਲੈ ਲਓ, ਤੁਸੀਂ ਆਨੰਦ ਲੈ ਲਓ, ਤੁਸੀਂ ਜਗੀਰਾਂ ਲੈ ਲਓ, ਤੁਸੀਂ ਬਾਦਸ਼ਾਹੀਆਂ ਲੈ ਲਓ, ਪਰ ਉਹਨਾਂ ਨੂੰ ਠੁਕਰਾਇਆ। ਜੀ ਸ਼ੁਕਰੀਆ ਬੀਬੀ ਜਗੀਰ ਕੌਰ ਜੀ। ਸਾਹਿਬਜ਼ਾਦਿਆਂ ਨੂੰ ਇੱਕ ਆਲਟਰਨੇਟਿਵ ਦਿੱਤੇ ਜਾਂਦੇ ਸੀਗੇ, ਉਹਨਾਂ ਨੂੰ ਇੱਕ ਇਹ ਵੀ ਕਿਹਾ ਲਾਲਚ ਵੀ ਦਿੱਤੇ ਜਾਂਦੇ ਸੀ, ਪਰ ਉਹਨਾਂ ਠੁਕਰਾਇਆ ਸਭ ਕੁਝ। ਜੀ ਬਿਲਕੁਲ ਜੀ, ਚਲੋ ਸ਼ੁਕਰੀਆ ਜਗੀਰ ਕੌਰ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਕਹਿ ਰਹੇ ਨੇ ਕਿ ਇਹ ਜਿਹੜਾ ਨਾਮ ਹੈ, ਜੇ ਨਾ ਇਹ ਦਿਨ ਰੱਖਣਾ ਸੀ ਤਾਂ ਘੱਟੋ ਘੱਟ ਜੋ ਸਿੱਖ ਸੰਸਥਾਵਾਂ ਨੇ, ਜੋ ਐਸਜੀਪੀਸੀ ਹੈ ਜਾਂ ਅਕਾਲ ਤਖ਼ਤ ਦੇ ਜਥੇਦਾਰ ਨੇ, ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਕੰਸਲਟ ਕਰ ਲੈਣਾ ਚਾਹੀਦਾ ਸੀ, ਉਹਨਾਂ ਦੀ ਰਾਏ ਲੈਣੀ ਚਾਹੀਦੀ ਸੀ। ਕਿਸ ਕਿਸਮ ਦੇ ਸ਼ਬਦ ਜੋ ਸਿੱਖ ਮਰਿਆਦਾ ਦੇ ਤਹਿਤ ਵਰਤੇ ਜਾ ਸਕਦੇ ਨੇ ਉਸ ਨੂੰ ਲੈ ਕੇ ਸਲਾਹ ਲੈਣੀ ਚਾਹੀਦੀ ਸੀ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ। ਅਕਾਲ ਤਖ਼ਤ ਦੇ ਜਥੇਦਾਰ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਹੈ, ਕਿਹਾ ਹੈ ਕਿ ਇਹ ਜੋ ਸ਼ਬਦ ਹੈ ਵੀਰ ਬਾਲ ਦਿਵਸ ਕਹਿਣਾ, ਇਹ ਸਾਡੇ ਸਿੱਖ ਰਵਾਇਤਾਂ ਦੀ ਤਰਜਮਾਨੀ ਨਹੀਂ ਕਰਦਾ, ਇਹ ਰਾਏ ਲਈ ਜਾਣੀ ਚਾਹੀਦੀ ਸੀ ਸਿੱਖ ਸੰਸਥਾਵਾਂ ਦੀ। ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਹੈ, ਐਸਜੀਪੀਸੀ ਪ੍ਰਧਾਨ ਨੇ ਵੀ ਕਿਹਾ ਹੈ, ਇਤਰਾਜ਼ ਜਤਾਇਆ ਹੈ ਇਸ ਨਾਮ ਨੂੰ ਲੈ ਕੇ। ਬੀਬੀ ਜਗੀਰ ਕੌਰ ਵੀ ਕਹਿ ਰਹੇ ਨੇ ਕਿ ਬਾਬਾ ਸ਼ਬਦ ਵਰਤਿਆ ਜਾਂਦਾ ਹੈ ਚਾਰੋਂ ਸਾਹਿਬਜ਼ਾਦਿਆਂ ਦੇ ਲਈ, ਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਵੱਖਰੇ ਵੱਖਰੇ ਕਰਕੇ ਵੀ ਨਹੀਂ ਦੇਖਿਆ ਜਾ ਸਕਦਾ। ਅਸੀਂ ਪਹਿਲਾਂ ਹੀ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਤੇ ਇਸ ਕਰਕੇ ਅਗਰ ਇਹ ਕਰਨਾ ਵੀ ਸੀ, ਇਸ ਕਿਸਮ ਦਾ ਕੋਈ ਦਿਨ ਮਨਾਉਣਾ ਵੀ ਸੀ, ਤਾਂ ਉਸ ਨੂੰ ਲੈ ਕੇ ਪਹਿਲਾਂ ਜੋ ਧਾਰਮਿਕ ਸੰਸਥਾਵਾਂ ਨੇ, ਸਿੱਖ ਸੰਸਥਾਵਾਂ ਨੇ, ਉਹਨਾਂ ਦੀ ਰਾਏ ਲੈਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਦੇ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਮੇਚ ਨਹੀਂ ਹੈ। ਸਿੱਖ ਇਤਿਹਾਸ, ਸਿਧਾਂਤਾਂ ਅਤੇ ਪਰੰਪਰਾਵਾਂ ਦੇ ਮੱਦੇਨਜ਼ਰ 10ਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀਆਂ ਵੱਡੇ ਯੋਧਿਆਂ ਵਰਗੀਆਂ ਹਨ। ਸਿੱਖ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਸੰਬੋਧਨ ਕਰਦੇ ਸਮੇਂ ਬਾਬਾ ਸ਼ਬਦ ਦੇ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਇਹਨਾਂ ਨਾਲ ਸੰਬੰਧਿਤ ਕਿਸੇ ਵੀ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਲੈ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ। उधर प्रधानमंत्री दी सिक्योरिटी ਨੂੰ ਲੈ ਕੇ ਵਿਵਾਦ ਲਗਾਤਾਰ ਬਰਕਰਾਰ ਹੈ ਤੇ ਸੀਐਮ ਚੰਨੀ ਨੇ
ਇੱਕ ਇੰਟਰਵਿਊ ਦੇ ਦੌਰਾਨ ਇਸ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਪ੍ਰਿਯੰਕਾ ਗਾਂਧੀ ਨੂੰ ਇਸ ਮਾਮਲੇ ਤੇ ਬਰੀਫ ਕੀਤਾ ਹੈ, ਜਿਸ ਨੂੰ ਲੈ ਕੇ ਬੀਜੇਪੀ ਦੇ ਆਗੂ ਭੜਕ ਗਏ ਨੇ। ਬੀਜੇਪੀ ਦੇ ਆਗੂ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਕਿਸ ਅਧਿਕਾਰ ਦੇ ਤਹਿਤ ਜਾਣਕਾਰੀ ਦਿੱਤੀ ਗਈ ਹੈ। ਪੀਐਮ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੂੰ ਬਰੀਫਿੰਗ ਕਰਨ ਦਾ ਮੁੱਦਾ ਹੁਣ ਭਖ ਗਿਆ ਹੈ। ਸੀਐਮ ਚੰਨੀ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਪ੍ਰਿਯੰਕਾ ਗਾਂਧੀ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ, ਲੇਕਿਨ ਇਸ ਨੂੰ ਲੈ ਕੇ ਬੀਜੇਪੀ ਆਗੂ ਸਵਾਲ ਚੁੱਕ ਰਹੇ ਨੇ ਕਿ ਪ੍ਰਿਯੰਕਾ ਗਾਂਧੀ ਦੇ ਕੋਲ ਕੀ ਅਧਿਕਾਰ ਹੈ, ਕਿਹੜੀ ਸੰਵਿਧਾਨਕ ਪੋਸਟ ਹੈ ਜਿਸ ਕਰਕੇ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਸੰਬਿਤ ਪਾਤਰਾ ਬੀਜੇਪੀ ਦੇ ਆਗੂ ਪੁੱਛ ਰਹੇ ਨੇ ਕਿ ਪ੍ਰਿਯੰਕਾ ਗਾਂਧੀ ਦੇ ਕੋਲ ਕਿਹੜਾ ਸੰਵਿਧਾਨਕ ਅਹੁਦਾ ਹੈ ਜਿਸ ਕਰਕੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਤੇ ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ, ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਗਾਂਧੀ ਪਰਿਵਾਰ ਦੀ ਜਾਗੀਰ ਨਹੀਂ ਹੈ। ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਗਾਂਧੀ ਪਰਿਵਾਰ ਦੀ ਜਾਗੀਰ ਨਹੀਂ ਹੈ। ਪੀਐਮ ਦੀ ਸਿਕਿਉਰਿਟੀ ਨੂੰ ਲੈ ਕੇ ਜੋ ਲੈਪਸ ਦੇ ਇਲਜ਼ਾਮ ਨੇ ਉਹਨਾਂ ਨੂੰ ਲੈ ਕੇ ਸੀਐਮ ਚੰਨੀ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਹਨਾਂ ਨੇ ਪ੍ਰਿਯੰਕਾ ਗਾਂਧੀ ਨੂੰ ਬਰੀਫਿੰਗ ਕੀਤੀ ਸੀ ਤੇ ਇਸ ਮੁੱਦੇ ਤੇ ਹੁਣ ਵਿਵਾਦ छिड़ गया है। मुख्यमंत्री श्री चन्नी साहब ने खुद कहा है कि जहां तक प्रधानमंत्री नरेंद्र मोदी जी की सुरक्षा के चूक का विषय है, इस मसले में उन्होंने प्रियंका वाड्रा जी से बात की है। प्रश्न उठता है कि आखिरकार एक सिटिंग चीफ मिनिस्टर प्रियंका वाड्रा जी को प्रधानमंत्री जी के सुरक्षा जैसे एक बहुत ही सेंसिटिव, बहुत ही संवेदनशील मसला पे क्यों ब्रीफ कर रहे थे? ये तो प्रियंका वाड्रा जी का विषय नहीं है। प्रियंका वाड्रा जी कोई कॉन्स्टिट्यूशनल पोजीशन अर्थात किसी संवैधानिक पोजीशन पे तो नहीं है। तो स्वाभाविक है आज देश की जनता जानना चाहती है कि इतने गंभीर मसले पर एक सिटिंग चीफ मिनिस्टर, एक परिवार के, एक पार्टी के एक साधारण नेत्री को इस विषय में क्यों ब्रीफ कर रहे थे? इस पूरे मसले में गांधी परिवार को अपनी सफाई देनी चाहिए। तो संबित पात्रा दे वल्लों सवाल चुके गए ने। इस पूरे मसले नूं लैके सियासत जरूर भखदी नजर आ रही है। अश्विनी शर्मा पंजाब बीजेपी के प्रधान ने उन्होंने ट्वीट किया है, लिखा कि चरणजीत सिंह चन्नी पंजाब नूं बचाउण दा दावा करते हैं अते रिपोर्ट प्रियंका वाड्रा नूं करते हैं, जबकि पंजाब का सब तो वध नुकसान इन्हां लोकां ने ही कीता है। पंजाब दे लई सोचना पंजाब के मुख मंत्री की नैतिक जिम्मेदारी बनती है। पंजाब किसी एक परिवार की जागीर नहीं है। अश्विनी शर्मा पंजाब बीजेपी के प्रधान ने उन्होंने वल्लों ट्वीट करके कहा गया है कि पंजाब किसी एक परिवार की जागीर नहीं है। किसानां ते आम आदमी पार्टी दे गठजोड़ नूं लैके क्यासराइयां खत्म हो गई ने, यानी कि संयुक्त समाज मोर्चा ते आम आदमी पार्टी दा गठजोड़ नहीं हो रहा, क्यासराइयां खत्म हो चुकियां ने। दोवें धिरां ने गठजोड़ नूं लैके कहा है कि साडी कोई गलबात नहीं हुई, पर सूत्रां दे मुताबक दोहां धिरां दे विचाले सीट शेयरिंग नूं लैके सहमति नहीं बन सकी। संयुक्त समाज मोर्चे वाले ज्यादा सीटां मंगदे सन, लेकिन आम आदमी पार्टी उन्नियां सीटां देण दे लई तैयार नहीं सी, जिस दे करके सहमति नहीं बनी। किसानी अंदोलन जदों खत्म होया सी तां पंजाब दीआं 32 किसान जथेबंदियां दे विचों 22 जथेबंदियां ने चोणां लड़न दा ऐलान कीता। इस तो बाद क्यासराइयां लग रहीआं सन। संयुक्त समाज मोर्चे ते आम आदमी पार्टी दे विच गठजोड़ होवेगा, जिस नूं हुण राज्यपाल ने नकार दित्ता ते आम आदमी पार्टी दा दावा कर रही है कि साडी गलबात ही नहीं हुई। तां राज्यपाल दा कहना है कि गलबात टुट चुकी है, असीं चोणां लड़ांगे। देखो गल किसी भी लैवल ते साडे नाल उन्हां दी सीट शेयरिंग दी जां उन्हां दी गल नहीं चली। ਅਸੀਂ ਤਾਂ ਬਲਕਿ ਸ਼ੁਭਕਾਮਨਾਵਾਂ ਦਿੰਨੇ ਆ। ਤੇ ਆਮ ਆਦਮੀ ਪਾਰਟੀ ਨਾਲ ਤੁਸੀਂ ਇੱਕ ਸਟੇਟਮੈਂਟ ਵੀ ਆਈ ਸੀ ਕਿ ਕੋਈ ਸਮਝੌਤਾ ਨਹੀਂ ਨਹੀਂ ਸੀਟਾਂ ਦੀ ਗੱਲ ਬਾਤ ਸੀ, ਉਹ ਤਾਂ ਗੱਲੇ ਟੁੱਟ ਗਈ ਹੁਣ ਤਾਂ। ਆਪ ਤੇ ਕਿਸਾਨਾਂ ਦੇ ਵਿਚਾਲੇ ਗੱਲ ਟੁੱਟਣ ਦਾ ਕਾਰਨ ਸੀਟ ਸ਼ੇਅਰਿੰਗ ਮੰਨਿਆ ਜਾ ਰਿਹਾ। ਸੂਤਰਾਂ ਦਾ ਕਹਿਣਾ ਹੈ ਕਿ ਸੰਯੁਕਤ ਸਮਾਜ ਮੋਰਚਾ 60 ਸੀਟਾਂ ਮੰਗ ਰਿਹਾ ਸੀ ਤਾਂ ਆਮ ਆਦਮੀ ਪਾਰਟੀ ਸਿਰਫ 10 ਸੀਟਾਂ ਨੂੰ ਦੇਣ ਨੂੰ ਤਿਆਰ ਸੀ। ਕਿਸਾਨਾਂ ਦੇ ਨਾਲ ਜਦੋਂ ਤੱਕ ਗੱਲਬਾਤ ਹੋਈ ਤਾਂ ਉਦੋਂ ਆਪ 90 ਸੀਟਾਂ ਤੇ ਉਮੀਦਵਾਰ ਐਲਾਨ ਚੁੱਕੀ ਸੀ। ਹਾਲਾਂਕਿ ਇਸ ਗੱਲ ਤੋਂ ਲੈ ਕੇ ਦੋਵੇਂ ਧਿਰਾਂ ਹੀ ਪਾਸਾ ਵੱਟ ਰਹੀਆਂ ਨੇ। ਮੈਂ ਤਾਂ ਰਾਜੇਵਾਲ ਸਾਹਿਬ ਨੂੰ ਐਜ਼ ਅ ਫਾਦਰ ਫਿਗਰ ਮੰਨਦਾ, ਬਜ਼ੁਰਗ ਨੇ, ਸਿਆਣੇ ਨੇ ਤੇ
ਸਮੇਂ-ਸਮੇਂ ਤੇ ਮੈਂ ਤਾਂ ਜੇ ਪਾਰਲੀਮੈਂਟ 'ਚ ਵੀ ਕੁਝ ਬੋਲਣਾ ਹੁੰਦਾ ਸੀ ਖੇਤੀ ਬਾਰੇ ਜਾਂ ਕੋਈ, ਮੈਂ ਉਹਨਾਂ ਤੋਂ ਸਲਾਹ ਲੈਂਦਾ ਰਹਿੰਦਾ। ਕੋਈ ਅਫੀਸ਼ੀਅਲ ਮੀਟਿੰਗ ਨਹੀਂ ਹੋਈ, ਠੀਕ ਹੈ ਨਾ। ਜਿਹੜੇ ਆਮ ਆਦਮੀ ਪਾਰਟੀ ਤਿਆਰ ਸੀ 90 ਸੀਟਾਂ, ਕਿਉਂਕਿ ਉਹ ਨਹੀਂ, ਇਹ ਤੁਸੀਂ ਐਵੇਂ ਬੇਸਲੈਸ ਗੱਲਾਂ ਜਿਹੜੀਆਂ ਹਵਾ ਚੁੱਟਦੀਆਂ ਕਰਦੇ ਮੇਰੇ ਮੂੰਹ 'ਚ ਨਾ ਪਾਓ। ਚੋਣ ਨਗਾੜਾ ਵੱਜ ਚੁੱਕਿਆ ਤੇ ਚੋਣ ਜ਼ਾਬਤਾ ਵੀ ਲੱਗ ਚੁੱਕਿਆ ਹੈ। ਇਸੇ ਵਿਚਾਲੇ ਸਾਰੀਆਂ ਪਾਰਟੀਆਂ ਚੋਣਾਂ ਨੂੰ ਲੈ ਕੇ ਉਮੀਦਵਾਰ ਤੇ ਚੋਣ ਪ੍ਰਚਾਰ ਦੇ ਵਿੱਚ ਜੁਟੀਆਂ ਹੋਈਆਂ ਨੇ। ਸੰਯੁਕਤ ਸਮਾਜ ਮੋਰਚੇ ਨੇ ਵੀ ਚੋਣਾਂ ਨੂੰ ਲੈ ਕੇ ਚੋਣ ਕਮੇਟੀਆਂ ਦਾ ਐਲਾਨ ਕਰ ਦਿੱਤਾ। ਕਿਸਾਨੀ ਅੰਦੋਲਨ ਵੇਲੇ ਤਾਂ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਸੀ। ਵੇਖਣਾ ਹੋਏਗਾ ਚੋਣਾਂ 'ਚ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਦਾ ਸਾਥ ਕਿੰਨਾ ਮਿਲਦਾ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ। ਆਮ ਆਦਮੀ ਪਾਰਟੀ ਦੇ ਨਾਲ ਸੰਯੁਕਤ ਸਮਾਜ ਮੋਰਚੇ ਦੀ ਗੱਲਬਾਤ ਬੰਦ ਹੋਣ ਤੋਂ ਬਾਅਦ ਯਾਨੀ ਕਿ ਟੁੱਟਣ ਤੋਂ ਬਾਅਦ ਗੁਰਨਾਮ ਚੜੂਨੀ ਨੇ ਸੰਯੁਕਤ ਮੋਰਚੇ ਦੇ ਨਾਲ ਮਿਲ ਕੇ ਚੋਣਾਂ ਲੜਨ ਦੀ ਇੱਛਾ ਜਤਾਈ ਹੈ। ਗੁਰਨਾਮ ਚੜੂਨੀ ਕੱਲ ਸੰਯੁਕਤ ਸਮਾਜ ਮੋਰਚੇ ਦੀ ਮੀਟਿੰਗ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਸੰਯੁਕਤ ਸਮਾਜ ਮੋਰਚਾ ਨੇ ਵੀ ਸੀਟ ਸ਼ੇਅਰਿੰਗ ਨੂੰ ਲੈ ਕੇ ਕਮੇਟੀ ਬਣਾ ਦਿੱਤੀ ਹੈ। ਆਪ ਦੇ ਨਾਲ ਗੱਲਬਾਤ ਬੰਦ, ਚੜੂਨੀ ਦੇ ਨਾਲ ਸ਼ੁਰੂ। ਦਿੱਲੀ ਤੋਂ ਬਾਅਦ ਪੰਜਾਬ 'ਚ ਵੀ ਹੋਣਗੇ ਇੱਕ ਮਕਸਦ, ਇੱਕ ਹੀ ਸੋਚ ਹੋਵੇਗੀ ਇੱਕ। हम दस देंगे नहीं होएगा तब की कह सकते हैं पहले दसो। अजय बच्चा जम्मेगा कुड़ी होएगी कि मुंडा होएगा जम्मण तो पहले की कही है आप। ਗੁਰਨਾਮ ਚੜੂਨੀ ਦਾ ਇਹ ਬਿਆਨ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਸਮਾਜ ਤੇ ਗੱਠਜੋੜ ਦੀ ਨੀਂਹ ਰੱਖੀ ਗਈ। ਇੱਕ ਪਾਸੇ ਆਮ ਆਦਮੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਨਾਲ ਗੱਲਬਾਤ ਨਾ ਹੋਈ ਤਾਂ ਚੜੂਨੀ ਵੀ ਆਪਣੀ ਪੀਸੀ ਰੱਦ ਕਰਕੇ ਸੰਯੁਕਤ ਸਮਾਜ ਮੋਰਚੇ ਨਾਲ ਗੱਲਬਾਤ ਕਰਨ ਪਹੁੰਚ ਗਏ ਤੇ ਕਿਹਾ ਕਿ ਗੱਲਬਾਤ ਸ਼ੁਰੂ ਹੋ ਗਈ ਹੈ। ਓਏ ਯਾਰ ਚੰਗੀ ਤਾਂ ਸੀ ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਇਹ ਕਿਹਨੂੰ ਨਹੀਂ ਪਤਾ ਵੀ ਚੰਗੀ ਗੱਲ ਹੈ। ਇਹ ਇਕੱਠੇ ਹੋਣਾ ਬੁਰੀ ਗੱਲ ਕਿਸੇ ਨੇ ਕਹੀ ਹੈ। ਹੁਣ ਤੁਸੀਂ ਕਹਾਣਾ ਕੀ ਚਾਹ ਰਹੇ ਹੋ? ਮੁਸਕਾਨ ਕਹਿ ਦੋ ਜਿਹੜਾ ਕਹਿਣਾ ਚਾਹੁੰਦੇ ਕੀ ਕਹਾਣਾ ਚਾਹ ਰਹੇ ਦੱਸੋ ਮੈਨੂੰ। ਇਕੱਠੇ ਹੋ ਰਹੇ ਨੇ ਬਸ ਇਹ ਦੱਸ ਦਿਓ। ਭਰਾ ਜੀ ਦੇਖੋ ਇਹ ਕੋਸ਼ਿਸ਼ ਹੁੰਦੀ ਹੈ ਜੇ ਅੱਜ ਉਹਨਾਂ ਨੇ ਵੀ ਕੈਂਸਲ ਕਰ ਰਹੇ ਨੇ ਆਪਣਾ, ਅਸੀਂ ਵੀ ਕੈਂਸਲ ਕਰ ਰਹੇ ਹਾਂ, ਠੀਕ ਹੈ। ਇਹਦਾ ਮਤਲਬ ਇਹ ਹੈ ਵੀ ਗੱਲ ਕਿਤੇ ਸ਼ੁਰੂ ਕਰਾਂਗੇ, ਜੇ ਸਿਰੇ ਚੜ ਗਈ ਤਾਂ ਠੀਕ ਹੈ, ਨਾ ਸਿਰੇ ਚੜ ਗਈ ਆਪਾਂ ਕੱਲੇ ਕੱਲੇ ਤੇ ਫਿਰ ਹੈ ਹੀ। ਆਪ ਦੇ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਰਾਜੇਵਾਲ ਨੇ ਕਿਹਾ ਚੜੂਨੀ ਦੇ ਨਾਲ ਮਿਲ ਕੇ ਚੋਣਾਂ ਲੜਾਂਗੇ। ਸੀਟ ਸ਼ੇਅਰਿੰਗ ਨੂੰ ਲੈ ਕੇ ਸਮਝੌਤੇ ਲਈ ਕਮੇਟੀ ਬਣਾ ਦਿੱਤੀ ਗਈ ਹੈ ਤੇ ਜਲਦੀ ਐਲਾਨ ਕੀਤਾ ਜਾਵੇਗਾ। ਉਹ ਅਸੀਂ ਕਮੇਟੀ ਬਣਾ ਦਿੱਤੀ ਜਿਹੜੀ ਬੈਠ ਕੇ ਆਪਸ ਵਿੱਚ ਰਲ ਕੇ ਚੱਲਣ ਵਾਸਤੇ ਕੀ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ, ਸਾਡੀ ਕੀ ਰਿਕੁਆਇਰਮੈਂਟ ਹੈ, ਉਹ ਡਿਸਕਸ ਕਰਕੇ ਫੈਸਲਾ ਕਰ ਲਾਂਗੇ। ਅਸੀਂ ਸਾਰੇ ਇਕੱਠੇ ਚੱਲਾਂਗੇ। ਚੋਣਾਂ ਨੂੰ ਮਹਿਜ਼ ਇੱਕ ਮਹੀਨੇ ਦਾ ਸਮਾਂ ਬਚਿਆ। ਉਮੀਦਵਾਰਾਂ ਦੇ ਜੋੜ ਤੋੜ ਨੂੰ ਲੈ ਕੇ ਸਾਰੀਆਂ ਪਾਰਟੀਆਂ ਹੀ ਲੱਗੀਆਂ ਹੋਈਆਂ ਨੇ। ਦਿੱਲੀ ਦੀਆਂ ਬਰੂਹਾਂ ਤੇ ਇਕੱਠੇ ਰਹੇ ਕਿਸਾਨ ਹੁਣ ਚੋਣਾਂ ਤੋਂ ਪਹਿਲਾਂ ਵੱਖ ਨਜ਼ਰ ਆ ਰਹੇ ਨੇ। ਗੁਰਨਾਮ ਚੜੂਨੀ ਨੇ ਪਹਿਲਾਂ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਜਿਸ ਦਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ ਤੇ ਪੰਜਾਬ ਦੀਆਂ 22 ਜਥੇਬੰਦੀਆਂ ਨੇ ਹੁਣ ਚੋਣਾਂ ਦਾ ਐਲਾਨ ਕੀਤਾ ਤੇ ਗੱਠਜੋੜ ਹੋਣ ਦੀ ਗੱਲ ਵੀ ਕਰ ਰਹੇ ਨੇ। ਸਵਾਲ ਇਹ ਹੈ ਕਿ ਅੰਦੋਲਨ ਦੌਰਾਨ ਏਕੇ ਦੀ ਮਿਸਾਲ ਬਣੇ ਕਿਸਾਨ ਚੋਣਾਂ ਦੇ ਵਿੱਚ ਆਪਣਾ ਕਿੰਨਾ ਪ੍ਰਭਾਵ ਪਾਉਂਦੇ ਨੇ। ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ, ਨਿਊਜ਼ 18 ਪੰਜਾਬ। ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਭਖ ਗਿਆ ਹੈ। ਵੱਖ-ਵੱਖ ਸਿਆਸੀ ਆਗੂਆਂ ਨੇ ਹੁਣ ਡੇਰਿਆਂ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਡੇਰਾ ਸਲਾਬਤਪੁਰਾ 'ਚ ਕਈ ਸਿਆਸੀ ਆਗੂ ਪਹੁੰਚੇ ਤੇ ਡੇਰੇ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ। ਵੇਖਦੇ ਹਾਂ ਇਹ ਰਿਪੋਰਟ। 2022 ਦਾ ਚੋਣ ਅਖਾੜਾ ਪੱਖਿਆ। 14 ਫਰਵਰੀ ਨੂੰ ਵੋਟਾਂ ਨੇ ਤੇ 10 ਮਾਰਚ ਨੂੰ ਨਤੀਜੇ। ਪਰ ਇਸੇ ਵਿਚਾਲੇ ਸਿਆਸਤਦਾਨਾਂ ਦੇ ਡੇਰਿਆਂ ਦੇ ਵਿੱਚ ਡੇਰੇ ਜਾਰੀ ਨੇ। ਸਮਾਗਮ ਹੈ ਡੇਰਾ ਸਿਰਸਾ ਨਾਲ ਸੰਬੰਧਿਤ ਪੰਜਾਬ ਦੇ ਸਭ ਤੋਂ ਵੱਡੇ ਡੇਰਾ ਸਲਾਬਤਪੁਰਾ ਦੇ ਵਿੱਚ ਸ਼ਾਹ ਸਤਨਾਮ ਦਾ ਜਨਮ ਦਿਨ, ਜਿੱਥੇ ਭਾਜਪਾ ਦੇ ਹਰਜੀਤ ਗਰੇਵਾਲ, ਸਾਬਕਾ ਮੰਤਰੀ ਸੁਰਜੀਤ ਜਿਆਣੀ, ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਰਮਿੰਦਰ ਜੱਸੀ, ਆਪ ਦੇ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਪਹੁੰਚੇ ਹੋਏ ਨੇ। ਪਰ ਜਦੋਂ ਮੀਡੀਆ ਨੇ ਸਵਾਲ ਪੁੱਛਿਆ ਤਾਂ ਕੀ ਜਵਾਬ ਦਿੱਤਾ, ਸੁਣਦੇ ਹਾਂ। ਮੈਂ ਵੋਟਾਂ ਦੇ ਲਈ ਨਹੀਂ ਕਿਤੇ ਵੀ ਜਾਂਦਾ। ਮੇਰੇ ਤਾਂ ਵੈਸੇ ਹੀ ਭਾਈ ਬੰਦ ਨੇ ਸਾਰੇ, ਮੇਰੇ ਦਾਰਾ ਖਾਨੋਣੀ ਜਿਹੜੇ ਸਾਰੇ ਰਹਿੰਦੇ ਆ ਤੇ ਮੇਰੇ ਨਾਲ ਤਾਂ ਪ੍ਰੇਮ ਹੈ ਇਹਨਾਂ ਦਾ ਵੈਸੇ ਹੀ। ਜਨਮ ਦਿਨ ਹਰ ਸਾਲ ਆਉਂਦਾ, ਸਾਲ ਦੇ ਵਿੱਚ ਜਨਮ ਦਿਨ ਮਨਾਉਂਦੇ ਅਸੀਂ ਤਾਂ, ਔਰ ਹਰ ਸਾਲ ਕੋਈ ਇਲੈਕਸ਼ਨ ਨਹੀਂ ਹੁੰਦਾ ਤਾਂ ਇਸ ਚੀਜ਼ ਨੂੰ ਅੱਜ ਇਲੈਕਸ਼ਨ ਹੈ ਤਾਂ ਤੁਸੀਂ ਇਲੈਕਸ਼ਨ ਨਾਲ ਨਹੀਂ ਜੋੜਨਾ ਚਾਹੀਦਾ ਹੈ। ਸੋ ਆਗੂਆਂ ਦਾ ਕਹਿਣਾ ਹੈ ਕਿ ਜਨਮ ਦਿਨ ਤਾਂ ਹਰ ਸਾਲ ਹੁੰਦਾ ਹੈ ਤੇ ਆਉਂਦੇ ਨੇ, ਪਰ ਹਰ ਸਾਲ ਤਾਂ ਇਲੈਕਸ਼ਨ ਨਹੀਂ ਹੁੰਦੇ। ਸੁਰਜੀਤ ਜਿਆਣੀ ਨੇ ਤਾਂ ਇਹ ਵੀ ਦੱਸਿਆ ਕਿ ਜਦੋਂ ਦਾ ਉਹਨਾਂ ਨੇ ਹੋਸ਼ ਸੰਭਿਆ ਉਦੋਂ ਤੋਂ ਡੇਰਾ ਸਿਰਸਾ ਆਉਂਦੇ ਨੇ।
ਜ਼ਿਕਰਯੋਗ ਹੈ ਕਿ ਪ੍ਰੋਗਰਾਮ ਦੇ ਵਿੱਚ ਡਿਜੀਟਲ ਸਕਰੀਨ ਤੇ ਗੁਰਮੀਤ ਰਾਮ ਰਹੀਮ ਦੇ ਪ੍ਰਵਚਨ ਚੱਲ ਰਹੇ ਨੇ। ਲੱਖਾਂ ਦੀ ਤਾਦਾਦ 'ਚ ਲੋਕ ਪਹੁੰਚੇ ਨੇ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਕੱਠ ਇੰਨਾ ਹੈ ਕਿ 10 ਕਿਲੋਮੀਟਰ ਤੱਕ ਜਾਮ ਲੱਗਾ ਹੋਇਆ ਹੈ। ਉਹ ਪਰਮਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਸ ਦਿਹਾੜੇ ਦੇ ਉੱਤੇ ਸਾਧ ਸੰਗਤ ਹਰ ਦੂਜੇ ਐਤਵਾਰ ਹੈ ਜਿਹੜਾ ਹਰ ਸਾਲ ਦੂਜਾ ਐਤਵਾਰ ਜਨਵਰੀ ਮਹੀਨੇ ਦਾ ਉਹਦੇ ਤੇ ਆ ਕੇ ਆਪਣੇ ਗੁਰੂ ਨੂੰ ਮੁਬਾਰਕਬਾਦ ਦਿੰਦੀ ਹੈ ਔਰ ਆਸ਼ੀਰਵਾਦ ਗ੍ਰਹਿਣ ਕਰਦੀ ਹੈ। ਦੱਸਣਾ ਬੰਦ ਹੈ ਕਿ ਡੇਰਾ ਮੁਖੀ ਰਾਮ ਰਹੀਮ ਸਾਧਵੀਆਂ ਦੇ ਨਾਲ ਜਬਰ ਜਨਾਹ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ। ਡੇਰਾ ਸਲਾਬਤਪੁਰਾ ਤੋਂ ਉਮੇਸ਼, ਨਿਊਜ਼ 18 ਪੰਜਾਬ। ਤੇ ਹੁਣ ਗੱਲ ਕਰਦੇ ਹਾਂ ਕੋਰੋਨਾ ਵਾਇਰਸ ਦੀ। ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਤੇਜ਼ੀ ਦੇ ਨਾਲ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਇੱਕ ਵਾਰ ਫਿਰ ਤੋਂ ਕੇਸਿਸ ਵੱਧਦੇ ਨਜ਼ਰ ਆ ਰਹੇ ਨੇ। 24 ਘੰਟਿਆਂ ਦੇ ਵਿੱਚ ਦੇਸ਼ ਦੇ ਵਿੱਚ 1,80,000 ਕੇਸ ਸਾਹਮਣੇ ਆਏ ਨੇ ਤੇ ਇੱਕ ਦਿਨ ਦੇ ਵਿੱਚ 146 ਕੋਵਿਡ ਮਰੀਜ਼ਾਂ ਦੀ ਜਾਨ ਗਈ ਹੈ। ਲਗਾਤਾਰ ਤੇਜ਼ੀ ਦੇ ਨਾਲ ਮਾਮਲੇ ਵੱਧ ਰਹੇ ਨੇ। 24 ਘੰਟਿਆਂ 'ਚ 1,80,000 ਮਾਮਲੇ ਸਾਹਮਣੇ ਆਏ ਨੇ। ਦੇਸ਼ ਦੇ ਵਿੱਚ ਇਸ ਵੇਲੇ ਐਕਟਿਵ ਕੇਸ 7.23 ਲੱਖ ਤੋਂ ਪਾਰ ਹੋ ਚੁੱਕੇ ਨੇ। ਵੱਡੀ ਗਿਣਤੀ ਇਸ ਵੇਲੇ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਕੇਸਿਸ ਦੀ ਤੇ ਜੋ पॉजिटिविटी रेट है वो भी तकरीबन 14% हो चुका है। 13.29% पॉजिटिविटी रेट इस वेले। ओमिक्रॉन दे केसेस 4033 मामले हुण तक ओमिक्रॉन दे देश दे विच सामने आ चुके ने। लगातार केसेस दी गिणती वधदी जा रही है। ते जिक्र जे पंजाब दा करना होए तां पंजाब दे विच भी कोरोना वायरस दे केसेस ਵੱਧਦੇ ਨਜ਼ਰ ਆ ਰਹੇ ਨੇ। 24 ਘੰਟਿਆਂ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 3,922 ਮਾਮਲੇ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ ਤੇ 9 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਦੇ ਵਿੱਚ 24 ਘੰਟਿਆਂ 'ਚ ਤਕਰੀਬਨ 4,000 ਕੇਸਿਸ ਸਾਹਮਣੇ ਆਏ ਨੇ। ਸਭ ਤੋਂ ਜ਼ਿਆਦਾ ਕੇਸ ਪਟਿਆਲਾ 'ਚ ਸਾਹਮਣੇ ਆਏ ਨੇ। ਪਟਿਆਲਾ 'ਚ 768 ਕੇਸ 24 ਘੰਟਿਆਂ ਦੇ ਵਿੱਚ ਰਿਪੋਰਟ ਹੋਏ ਨੇ। ਮੋਹਾਲੀ ਦੇ ਵਿੱਚ 750 ਕੇਸਿਸ ਰਿਪੋਰਟ ਹੋਏ ਨੇ। ਲੁਧਿਆਣਾ 'ਚ 509, ਅੰਮ੍ਰਿਤਸਰ 'ਚ 305 ਅਤੇ ਜਲੰਧਰ 'ਚ 292 ਕੇਸ ਰਿਪੋਰਟ ਹੋਏ ਨੇ 24 ਘੰਟਿਆਂ ਦੇ ਵਿੱਚ। ਤੇ ਪੰਜਾਬ 'ਚ ਕੱਲ ਦੇ ਮੁਕਾਬਲੇ ਕੋਰੋਨਾ ਦੇ ਕੇਸਿਸ ਦੇ ਵਿੱਚ ਵਾਧਾ ਹੋਇਆ ਹੈ। ਜੇ ਲਗਾਤਾਰ ਗੱਲ ਕਰੀਏ ਕੇਸਿਸ ਵੱਧਦੇ ਜਾ ਰਹੇ ਨੇ। 8 ਜਨਵਰੀ ਦਾ ਜੋ ਅੰਕੜਾ ਸੀ 24 ਘੰਟਿਆਂ ਦਾ ਉਹ 3,643 ਸੀ, ਜੋ 9 ਜਨਵਰੀ ਨੂੰ ਵੱਧ ਕੇ 3,922 ਹੋ ਗਿਆ। लगातार केसेस ਵੱਧਦੇ ਜਾ ਰਹੇ ਨੇ। ਪੰਜਾਬ 'ਚ 5 ਦਿਨਾਂ ਦੇ ਜੇ ਅੰਕੜੇ ਦੀ ਗੱਲ ਕਰੀਏ ਤਾਂ 5 ਜਨਵਰੀ ਤੋਂ ਲੈ ਕੇ ਗ੍ਰਾਫ ਉੱਪਰ ਵੱਲ ਨੂੰ ਹੀ ਜਾਂਦਾ ਨਜ਼ਰ ਆ ਰਿਹਾ। ਘਟੇ ਨਹੀਂ ਸਗੋਂ ਵੱਧਦੇ ਨਜ਼ਰ ਆ ਰਹੇ ਨੇ 24 ਘੰਟਿਆਂ ਦੇ ਅੰਕੜੇ। 5 ਜਨਵਰੀ ਨੂੰ 1811 ਕੇਸ ਰਿਪੋਰਟ ਹੋਏ। 6 ਜਨਵਰੀ ਨੂੰ ਇਹ ਗਿਣਤੀ ਵੱਧ ਕੇ 2427 ਹੋ ਗਈ। 7 ਜਨਵਰੀ ਨੂੰ 2901 ਕੇਸ ਸਾਹਮਣੇ ਆਏ ਤੇ 8 ਜਨਵਰੀ ਨੂੰ 3643 ਮਾਮਲੇ ਤੇ ਤਾਜ਼ਾ ਅੰਕੜੇ 9 ਜਨਵਰੀ ਦੇ 24 ਘੰਟਿਆਂ ਦੇ ਅੰਕੜੇ 3,922 ਮਾਮਲੇ ਸਾਹਮਣੇ ਆਏ ਨੇ। ਪੰਜਾਬ 'ਚ ਮੌਤਾਂ ਦਾ ਅੰਕੜਾ ਵੀ ਵਧਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਜੋ ਮੌਤਾਂ ਹੋ ਰਹੀਆਂ ਨੇ ਉਸ ਦਾ ਅੰਕੜਾ ਵੀ ਵਧਿਆ ਹੈ। 5 ਜਨਵਰੀ ਨੂੰ 4 ਲੋਕਾਂ ਦੀ ਮੌਤ ਹੋਈ। 6 ਜਨਵਰੀ ਨੂੰ 5, 7 ਜਨਵਰੀ ਨੂੰ ਇੱਕ ਸ਼ਖਸ ਦੀ ਜਾਨ ਗਈ ਹੈ। 8 ਜਨਵਰੀ ਨੂੰ 2 ਮੌਤਾਂ ਹੋਈਆਂ ਨੇ ਤੇ 9 ਜਨਵਰੀ ਨੂੰ ਜੋ ਤਾਜ਼ਾ ਅੰਕੜਾ ਹੈ 24 ਘੰਟਿਆਂ ਦੇ ਵਿੱਚ 9 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਪਹਾੜਾਂ ਤੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ ਜਿਸ ਦੇ ਨਾਲ ਮੈਦਾਨੀ ਇਲਾਕਿਆਂ 'ਚ ਵੀ ਠੰਡ ਵੱਧ ਗਈ ਹੈ। 5 ਤਸਵੀਰਾਂ ਅਸੀਂ ਤੁਹਾਨੂੰ ਵਿਖਾਵਾਂਗੇ। 5 ਤਸਵੀਰਾਂ ਦੇ ਵਿੱਚ ਬਰਫ਼ ਦੀ ਸਫੈਦ ਚਾਦਰ ਦੇ ਨਾਲ ਹਿਮਾਚਲ ਪ੍ਰਦੇਸ਼ ਲਿਪਟਿਆ ਨਜ਼ਰ ਆ ਰਿਹਾ ਹੈ ਜਿੱਥੇ ਸੈਲਾਨੀ ਬਰਫ਼ਬਾਰੀ ਦਾ ਮਜ਼ਾ ਲੈ ਰਹੇ ਨੇ। ਤਾਂ ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਜ਼ਿਆਦਾ ਬਰਫ਼ਬਾਰੀ ਹੋਈ ਹੈ ਤੇ ਜ਼ਿਆਦਾ ਬਰਫ਼ਬਾਰੀ ਦੇ ਕਰਕੇ ਆਵਾਜਾਈ ਤੇ ਅਸਰ ਪਿਆ ਹੈ। ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ।
ਕਈ ਜ਼ਿਲ੍ਹਿਆਂ 'ਚ ਬਿਜਲੀ ਸਪਲਾਈ ਠੱਪ ਹੋ ਗਈ ਹੈ ਤੇ ਨਾਲ ਹੀ ਪੀਣ ਵਾਲੇ ਪਾਣੀ ਦਾ ਸੰਕਟ ਵੀ ਗਹਿਰਾ ਰਿਹਾ ਹੈ। 5 ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਕੁੱਲੂ, ਮਨਾਲੀ, ਸ਼ਿਮਲਾ, ਕਿन्नौर, ਲਾਹੌਲ ਬਰਫ਼ਬਾਰੀ ਹੋਈ ਹੈ। ਤਸਵੀਰਾਂ ਜ਼ਰੂਰ ਸੈਲਾਨੀਆਂ ਦੇ ਲਈ ਮਨਮੋਹਕ ਹੋ ਸਕਦੀਆਂ ਨੇ, ਲੇਕਿਨ ਇਸ ਦੇ ਨਾਲ ਪਰੇਸ਼ਾਨੀਆਂ ਵੀ ਜ਼ਰੂਰ ਨੇ। ਕਿਤੇ ਟ੍ਰੈਫਿਕ ਦੀ ਸਮੱਸਿਆ ਆਈ ਹੈ ਤਾਂ ਕਿਤੇ ਪੀਣ ਵਾਲੇ ਪਾਣੀ ਦਾ ਸੰਕਟ ਗਹਿਰਾ ਹੋ ਗਿਆ ਹੈ, ਕਿਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। 5 ਤਸਵੀਰਾਂ। ਬਰਫ਼ਬਾਰੀ ਦੇ ਨਾਲ ਠੰਡ ਵੀ ਵੱਧਦੀ ਨਜ਼ਰ ਆਏਗੀ। ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਬਰਫ਼ਬਾਰੀ ਤੋਂ ਬਾਅਦ, ਤੇ ਨਾਲ ਹੀ ਕਈ ਇਲਾਕਿਆਂ ਦੇ ਵਿੱਚ ਮੁਸ਼ਕਿਲਾਂ ਵੀ ਵੱਧ ਗਈਆਂ ਨੇ। घाटी में पिछले 2 दिनों से लगातार अब बर्फबारी हो रही है, जिसके चलते यहाँ का तापमान काफ़ी नीचे चला गया है। 20 से 25 डिग्री सेंटीग्रेड तक नीचे चला गया, जिससे के चलते जो है यहाँ जो स्थानीय लोग हैं अपने घरों के भीतर दुबकने को मजबूर हो गए हैं। इस बर्फबारी से लाहौल घाटी के करीब 1 दर्जन सड़क मार्ग बंद पड़ गए हैं। वहाँ पर किसी प्रकार की आवाजाही वाहनों की नहीं हो रही। वहीं अब बात करें मनाली, केलंग मनाली सड़क मार्ग की तो ये भी अब बर्फबारी के चलते बंद हो गई है। हालांकि BRO ने सिस्सू से नॉर्थ पोर्टल तक ਤੇ ਇਸ ਬੁਲੇਟਿਨ 'ਚ ਫਿਲਹਾਲ ਇਨਾ ਹੀ। ਮੈਨੂੰ ਦਿਓ ਇਜਾਜ਼ਤ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਜਾਰੀ ਰਹੇਗਾ।